ਅਸੀਂ ਇੱਕ ਅਹਿਮ ਮੁੱਦੇ ਉੱਤੇ ਗੱਲ ਕਰ ਰਹੇ ਹਾਂ। ਸ਼ੀਨਾ ਸਾਹਿਬ ਨੇ ਕੁਝ ਗੱਲਾਂ ਰੱਖੀਆਂ, ਮੈਂ ਉਹਨਾਂ ਨੂੰ ਛੱਡਦਾ ਹੋਇਆ ਕਿਉਂਕਿ ਟਾਈਮ ਦੀ ਜਿਹੜੀ ਸੀਮਤ ਹੈਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਉਸ ਤੋਂ ਅੱਗੇ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਤੇ ਅਸੀਂ ਤਿੰਨ ਜਿਹੜੇ ਆਰਡੀਨੈਂਸ ਲਿਆਂਦੇ ਨੇ, ਜੇਕਰ ਉਹਨੂੰ ਸੰਖੇਪ ਰੂਪ ਦੇ ਵਿੱਚ ਦੇਖਣਾ ਹੋਵੇ, ਉਹ ਇੱਕੋ ਹੀ ਕੈਪਸੂਲ ਹੈ। ਬੇਸਿਕਲੀ ਤਿੰਨ ਆਰਡੀਨੈਂਸ ਨਹੀਂ, ਉਹ ਇਸੇ ਕਰਕੇ ਇਕੱਠੇ ਆਏ ਨੇ ਕਿ ਉਹਨਾਂ ਦਾ ਇੱਕ ਦੂਜੇ ਨਾਲ ਬੜਾ ਵਧੀਆ ਸੰਬੰਧ ਹੈ। ਤੇ ਅਸੀਂ ਜਿਹੜੀਆਂ ਇਹ ਆਰਡੀਨੈਂਸ, ਪਹਿਲਾ ਜਿਹੜਾ ਆਰਡੀਨੈਂਸ ਹੈ ਉਹ ਜ਼ਰੂਰੀ ਵਸਤਾਂ ਸੋਧ ਨਾਲ ਸੰਬੰਧਿਤ ਹੈ, ਤਾਂ ਇਹਨੂੰ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ 2020 ਕਿਹਾ। ਤੇ ਇਹ ਆਰਡੀਨੈਂਸ 1955 ਦੇ ਵਿੱਚ ਇੱਕ ਐਕਟ ਸਾਡੇ ਕੋਲ ਬਣਿਆ ਹੋਇਆ ਸੀਗਾ, ਜਿਹਦੇ ਵਿੱਚ ਜਿਹਨੂੰ ਅਸੀਂ ਐਸੈਂਸ਼ੀਅਲ ਕਮੋਡਿਟੀ ਜਿਹੜਾ ਐਕਟ ਕਿਹਾ ਸੀਗਾ, ਇਹ ਕੁਝ ਜ਼ਰੂਰੀ ਵਸਤਾਂ ਨੇ। ਤਾਂ ਹੁਣ ਇਸ ਆਰਡੀਨੈਂਸ ਦੇ ਵਿੱਚ 1955 ਤੋਂ ਚੱਲਿਆ ਹੁੰਦਾ ਸੀਗਾ, ਉਹਦੇ ਵਿੱਚ ਕੁਝ ਸੋਧਾਂ ਕਰਤੀਆਂ ਕਿ ਖੇਤੀਬਾੜੀ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਖਾਦ ਪਦਾਰਥ ਨੇ, ਇਹ ਕੋਈ ਜ਼ਰੂਰੀ ਵਸਤਾਂ ਨਹੀਂ ਹੈਗੀਆਂ। ਇਹੀ ਇੱਕ ਆਪਦੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਕਿ ਖੇਤੀ ਇੱਕ ਲਾਈਫ ਹੈ, ਖੇਤੀ ਉਦਯੋਗ ਨਹੀਂ ਹੈਗਾ, ਖੇਤੀ ਕੀ ਜ਼ਿੰਦਗੀ ਹੈ। ਖੇਤੀ ਦਾ ਉਤਪਾਦਨ ਵੀ ਉਦਯੋਗਾਂ ਬਾਅਦ ਨਹੀਂ ਵਧਾਇਆ ਜਾ ਸਕਦਾ। ਖੇਤੀ ਨੂੰ ਪ੍ਰੋਟੈਕਟ ਕਰਨਾ ਪੈਂਦਾ। ਖੇਤੀ ਛੱਤ ਥੱਲੇ ਨਹੀਂ ਹੁੰਦੀ, ਬਾਹਰ ਹੁੰਦੀ ਹੈ, ਉਹਦੇ 'ਚ ਨੇਚਰ ਦਾ ਰੋਲ ਹੈ। ਤਾਂ ਇਹਦੀ ਇੱਕ ਸੀਮਤ ਹੈ ਕਿ ਇਸ ਤੋਂ ਵੱਧ ਜਿਹੜਾ ਇਹਦੀ ਪ੍ਰੋਡਕਟਿਵਿਟੀ ਨਹੀਂ ਹੋ ਸਕਦੀ। ਇਹ ਸਭ ਕਰਕੇ ਇਹਨੂੰ ਸਪੋਰਟ ਦੀ ਲੋੜ ਹੈ। ਤੇ ਅੱਜ ਇਹਦਾ ਜਿਹੜਾ ਪ੍ਰੋਡਕਟ ਹੈ, ਜਿਹਦੇ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ, ਤਾਂ ਉਸ ਦੀਆਂ ਵਸਤਾਂ ਨੂੰ ਕੱਢ ਕੇ ਕੀਤਾ ਗਿਆ ਕਿ ਇਹ ਹੁਣ ਜ਼ਰੂਰੀ ਵਸਤਾਂ ਨਹੀਂ। ਤਾਂ ਇੱਕ ਤਾਂ ਪਹਿਲਾ ਜਿਹੜਾ ਹੈਗਾ, ਇਹਦੇ ਨਾਲ ਕਿਹਾ ਗਿਆ ਕਿ ਇਹਦੇ ਨਾਲ ਉਦਾਰੀਕਰਨ ਹੋਊਗਾ, ਮਤਲਬ ਥੋੜਾ ਲਿਬਰਲਾਈਜ਼ ਹੋਊਗਾ, ਇਹਦੇ ਨਾਲ ਕੰਪੀਟੀਸ਼ਨ ਵਧੂਗਾ, ਜਿਵੇਂ ਮੈਡਮ ਨੇ ਪਹਿਲਾਂ ਕਿਹਾ ਸੀਗਾ। ਤੇ ਇਹਦੇ ਨਾਲ ਹੀ ਜਿਹੜੀ ਫਾਰਮਰ ਦੀ ਇਨਕਮ ਵੱਧ ਜੂ, ਇਹਦੇ ਨਾਲ ਉਪਭੋਗੀਆਂ ਨੂੰ, ਖਪਤਕਾਰਾਂ ਨੂੰ ਵੀ ਬਹੁਤ ਫਾਇਦਾ ਹੋ ਜਾਊਗਾ, ਕਿਉਂਕਿ ਉਦਾਰੀਕਰਨ ਹੋਣ ਨਾਲ, ਕੰਪੀਟੀਸ਼ਨ ਹੋਣ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਫਾਇਦਾ ਕਰ ਲੈਂਦੇ ਹਾਂ। ਤੇ ਸਾਡੇ ਕੰਪੀਟੀਟਰ ਨੇ ਜਿਹੜੇ ਆਪੀ ਪ੍ਰਾਈਸ ਘਟਾ ਦਿੰਦੇ ਨੇ, ਪ੍ਰਾਈਸ ਘਟਾ ਕੇ ਜਿਹੜਾ ਉਪਭੋਗੀ ਨੇ, ਜਿਹੜੇ ਖਾਣ ਪੀਣ ਦੇ ਖਪਤਕਾਰ ਨੇ, ਉਹਨਾਂ ਨੂੰ ਫਸਲਾਂ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਨੇ, ਖਾਦ ਪਦਾਰਥ, ਉਹ ਸਸਤੇ ਮਿਲ ਜਾਂਦੇ। ਪਰ ਇਹਦੇ ਵਿੱਚ ਹੋਣਾ ਕੀ ਹੈ, ਬੇਸਿਕਲੀ ਹੋਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਨ੍ਹਾਂ ਉੱਤੇ ਕੁਝ ਲੋਕਾਂ ਦਾ ਕਬਜ਼ਾ ਹੋ ਜਾਣਾ, ਕੁਝ ਕੰਪਨੀਆਂ ਦਾ, ਉਹਨਾਂ ਦੀ ਹੋਲਡਿੰਗ ਕਰ ਲੈਣੀ ਹੈ। ਹੁਣ ਕਿੰਨਾ ਮਰਜ਼ੀ ਤੁਸੀਂ ਰੱਖ ਸਕਦੇ ਹੋ, ਪਹਿਲਾਂ ਨਹੀਂ ਸੀ ਰੱਖ ਸਕਦੇ। ਰੱਖਣ ਤੋਂ ਬਾਅਦ ਤੁਸੀਂ ਆਰਟੀਫਿਸ਼ੀਅਲ ਜਿਹੜੀ ਹੈਗੀ ਬਨਾਵਟੀ ਕਮੀ ਜਿਹੜੀ ਦਿਖਾ ਕੇ ਮੰਡੀ ਦੇ ਵਿੱਚ ਤੁਸੀਂ ਰੇਟ ਨੂੰ ਜਿਹੜਾ ਹੈਗਾ ਉੱਤੇ ਥੱਲੇ ਕਰ ਸਕਦੇ ਹੋ। ਇਹ ਕੰਪਨੀਆਂ ਦੇ ਹਿੱਤਾਂ ਵਿੱਚ ਜਾਣ ਵਾਲੀ ਗੱਲ ਹੈ, ਕਿਉਂਕਿ ਬਹੁਤ ਸਾਰੀਆਂ ਐਗਜ਼ਾਮਪਲਾਂ ਅਸੀਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਪਹਿਲਾਂ ਦੇਖ ਚੁੱਕੇ ਹਾਂ, ਜਿੱਥੇ ਇਹਨਾਂ ਕੰਪਨੀਆਂ ਦਾ ਗਰਬ ਹੈ ਇਸ ਪੂਰੀ ਮੰਡੀ ਦੇ ਉੱਤੇ। ਦੂਜਾ ਜਿਹੜਾ ਆਰਡੀਨੈਂਸ ਹੈ ਉਹ ਕਿਸਾਨ ਉਪਜ ਵਪਾਰ ਤੇ ਵਣਜ ਨਾਲ ਸੰਬੰਧਿਤ ਹੈ। ਉਹ ਬੇਸਿਕਲੀ ਇਹ ਜਿਹੜਾ ਦੂਜਾ ਆਰਡੀਨੈਂਸ ਹੈ, ਇਹ 1961 ਦਾ ਇੱਕ ਜਿਹੜਾ ਆਰਡੀਨੈਂਸ ਹੈ। ਜੀ ਮੈਮ, ਆਵਾਜ਼ ਆ ਰਹੀ ਹੈ ਜੀ? ਹੈਲੋ, ਮੇਰੀ ਆਵਾਜ਼ ਸੁਣ ਰਹੀ ਹੈ ਜੀ? ਹਾਂਜੀ ਹਾਂਜੀ। ਤੇ ਇਹ ਜਿਹੜਾ 1961 ਦੇ ਵਿੱਚ ਅਸੀਂ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਬਣਾਇਆ ਸੀਗਾ ਪੂਰੇ ਇੰਡੀਆ ਦੇ ਵਿੱਚ, ਸਾਰੇ ਸਟੇਟਾਂ ਦੇ ਵਿੱਚ। ਤਾਂ ਇਹ 1961 ਦਾ ਐਕਟ ਨੂੰ ਤੋੜਿਆ ਗਿਆ, ਤੋੜ ਕੇ ਇਹ ਤੋੜਨ ਦੀਆਂ ਕੋਸ਼ਿਸ਼, ਇਹ 5 ਜੂਨ 2020 ਨੂੰ ਨਹੀਂ ਤੋੜਿਆ ਗਿਆ। ਇਹਦੇ ਵਿੱਚ ਬੜੇ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਸੀਗਾ ਕਿ ਇਹਨੂੰ ਤੋੜਿਆ ਜਾਵੇ, ਕਿਉਂਕਿ 2003 ਦੇ ਵਿੱਚ ਵੀ ਇਹ ਕੋਸ਼ਿਸ਼ਾਂ ਹੋਈਆਂ ਸੀ। ਮੈਂ ਉਸ ਸਮੇਂ ਵੀ ਇਸ ਕਮੇਟੀ ਦੇ ਵਿੱਚ ਆਪਣਾ ਇਨਪੁਟ ਦੇ ਕੇ ਆਇਆ ਸੀ ਕਿ ਸਾਨੂੰ ਇਹ APMC ਦੀ ਬਹੁਤ ਜ਼ਿਆਦਾ ਲੋੜ ਹੈ। ਉਸ ਤੋਂ ਬਾਅਦ 2003 ਤੋਂ ਬਾਅਦ ਲਗਾਤਾਰ ਇਹਦੇ ਉੱਤੇ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਪੰਜਾਬ ਸਰਕਾਰ ਨੇ ਇਹਨੂੰ ਨਹੀਂ ਸੀ ਤੋੜਿਆ, ਕਿਉਂਕਿ ਇਹਦੇ ਵਿੱਚ ਇਹ ਸੀ ਕਿ ਇਸ ਨੂੰ ਇਸ ਤਰ੍ਹਾਂ ਕਰ ਦਿਓ ਕਿ ਪ੍ਰਾਈਵੇਟ ਪਲੇਅਰ ਇਹਦੇ ਵਿੱਚ ਆ ਸਕਣ, ਤਾਂ ਕਿ ਇਨਵੈਸਟਮੈਂਟ ਬਹੁਤ ਜ਼ਿਆਦਾ ਆ ਜਾਏ। ਤਾਂ ਇੱਕੋ ਹੀ ਮੁੱਦਾ ਰੱਖਿਆ ਸੀ ਕਿ APMC ਐਕਟ ਨੂੰ ਤੋੜਿਆ ਜਾਵੇ, ਤੇ ਕਿਉਂਕਿ ਸਾਨੂੰ ਪ੍ਰਾਈਵੇਟ ਇਨਵੈਸਟਮੈਂਟ ਦੀ ਲੋੜ ਹੈ, ਇੰਫਰਾਸਟਰਕਚਰ ਡਿਵੈਲਪ ਹੋਊਗਾ, ਸਾਡਾ ਮੰਡੀਕਰਨ ਵਧੀਆ ਹੋ ਜਾਊਗਾ, ਫਿਰ ਕਿਸਾਨਾਂ ਨੂੰ ਵੱਧ ਭਾਅ ਮਿਲਣਗੇ, ਤੇ ਇਹਦੇ ਨਾਲ ਜਿਹੜੀ ਕਿਸਾਨੀ ਹੈ ਉਹਦਾ ਬਾਰਾ ਨਿਆਰਾ ਹੋ ਜਾਊਗਾ। ਤਾਂ ਅਸੀਂ ਇਹਨਾਂ ਸਟੇਟਾਂ ਦੇ ਵਿੱਚ ਬੜਾ ਜ਼ੋਰ ਸੀਗਾ ਕਿ ਇਹਨੂੰ ਪ੍ਰਾਈਵੇਟ ਕੀਤਾ ਜਾਵੇ, ਇਹਨੂੰ ਤੋੜਿਆ ਮਰੋੜਿਆ ਜਾਵੇ, ਪਰ ਇਹਨਾਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ। 2017 ਦੇ ਵਿੱਚ ਵੀ ਫਿਰ ਕੋਸ਼ਿਸ਼ਾਂ ਹੋਈਆਂ, ਤਾਂ ਇਹ ਆਖਿਰਕਾਰ 2003 ਤੋਂ ਲੈ ਕੇ ਬਹੁਤ ਸਾਰੇ ਸੂਬਿਆਂ ਨੇ ਇਹ 2003 ਤੋਂ ਲੈ ਕੇ ਜਿਹੜਾ ਇਹਨੂੰ ਮਾਡਲ ਦੇ ਤੌਰ ਤੇ ਚੇਂਜ ਵੀ ਕਰਤਾ ਸੀ, ਕੁਝ ਸੂਬਿਆਂ ਨੇ ਇਹਨੂੰ ਤੋੜ ਵੀ ਦਿੱਤਾ ਸੀਗਾ। ਮੈਂ ਉਹਨਾਂ ਦੀ ਗੱਲ ਬਾਅਦ ਚ ਕਰੂੰਗਾ ਉੱਥੇ ਕੀ ਹੋਇਆ। ਤਾਂ ਇੱਕ ਤੀਜਾ ਜਿਹੜਾ ਕਾਨੂੰਨ ਹੈ ਉਹ ਹੈਗਾ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਨੂੰ ਤਕੜਾ ਬਣਾਉਣਾ, ਇਹਦੇ ਨਾਲ ਸੰਬੰਧਿਤ। ਬੇਸਿਕਲੀ ਇਹ ਕੀ ਹੈ, ਇਹ ਐਕਟ ਹੈਗਾ ਕਿ ਕੰਟਰੈਕਟ ਫਾਰਮਿੰਗ ਨੂੰ ਲਾਗੂ ਕਰਨਾ। ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ
ਇਹਦੀ ਲੋੜ ਕਿਉਂ ਪਈ, ਜਿਹੜਾ ਸਿਸਟਮ ਚੱਲ ਰਿਹਾ ਹੈ ਇਹ ਇਸ ਤਰ੍ਹਾਂ ਕਰਨ ਦੀ ਲੋੜ ਕਿਉਂ ਪਈ। ਯੂਨੀਅਨ ਗਵਰਨਮੈਂਟ ਵੱਲੋਂ ਜਦੋਂ ਇਹ ਐਕਟ ਲਿਆਂਦੇ ਗਏ ਨੇ, ਆਰਡੀਨੈਂਸ ਲਿਆਂਦੇ ਗਏ ਨੇ, ਤਾਂ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਇੱਕ ਇਤਿਹਾਸਕ ਕਦਮ ਹੈ, ਇਹ ਹਿਸਟੋਰਿਕ ਹੈ। ਇਹ ਅਸੀਂ ਚੱਕ ਕੇ ਅਸੀਂ ਪੂਰੀ ਕਿਸਾਨੀ ਹੈ ਜਿਹੜੀ ਉਹਦਾ ਬੜਾ ਵੱਡਾ ਭਲਾ ਕਰਨ ਜਾ ਰਹੇ ਹਾਂ। ਇਹਨਾਂ ਦੀ ਆਮਦਨ ਜਿਹੜੀ ਦੁੱਗਣੀ ਇਸ ਤਰ੍ਹਾਂ ਹੀ ਹੋ ਸਕਦੀ ਹੈ, ਹੋਰ ਤਰ੍ਹਾਂ ਨਹੀਂ ਹੋ ਸਕਦੀ। ਤੇ ਅਸੀਂ ਕਿਸਾਨੀ ਨੂੰ ਜਿਹੜਾ ਬਹੁਤ ਹੀ ਵਧੀਆ ਜੀਵਨ ਜ਼ਿੰਦਗੀ ਦੇਵਾਂਗੇ ਇਹਨਾਂ ਦੇ ਥਰੂ। ਪਰ ਇਹਦੇ ਪਿੱਛੇ ਕੀ ਪਿਆ ਕਿ ਇੱਕ ਬੜੇ ਲੰਬੇ ਸਮੇਂ ਤੋਂ ਹੀ 1990 ਤੋਂ ਹੀ ਜਦੋਂ ਇਹ ਵਿਸ਼ਵੀਕਰਨ ਪਾਲਿਸੀਆਂ ਹੁੰਦੇ ਨੇ ਉਦੋਂ ਤੋਂ ਕੀ ਚੱਲ ਰਿਹਾ ਕਿ ਖੇਤੀ ਵਿੱਚ ਲੋਕਾਂ ਦਾ ਭਾਰ ਬਹੁਤ ਹੈ। ਅਸੀਂ ਆਪ ਵੀ ਕਹਿੰਦੇ ਨੇ ਕਿ ਸਾਰਾ ਟੱਬਰ ਜਿੱਥੇ ਖੇਤੀ 'ਚ ਲੱਗਿਆ ਉੱਥੇ ਕੁਝ ਨਹੀਂ ਬਣਨਾ। ਖੇਤੀ 'ਚੋਂ ਲੋਕਾਂ ਨੂੰ ਕੱਢਿਆ ਜਾਵੇ। ਸਕਿੱਲ ਡਿਵੈਲਪਮੈਂਟ ਕਾਉਂਸਲ ਆਫ ਇੰਡੀਆ ਦੀਆਂ ਇਸ ਤਰ੍ਹਾਂ ਦੀਆਂ ਰਿਕਮੈਂਡੇਸ਼ਨਾਂ ਨੇ ਕਿ ਖੇਤੀ ਦੇ ਵਿੱਚ ਜਿੱਥੇ 58% ਲੋਕ ਕੰਮ ਕਰਦੇ ਨੇ ਉਹਨਾਂ ਨੂੰ ਘਟਾ ਕੇ 18% ਕੀਤਾ ਜਾਵੇ, ਤਾਂਹੀਓ ਜਿਹੜੇ ਇਹਦਾ ਵਿਕਾਸ ਹੋ ਸਕਦਾ ਖੇਤੀ ਦਾ। ਫਿਰ ਇਹ ਇਸ਼ੂ ਆਇਆ ਕਿ ਜੇਕਰ ਤੁਸੀਂ ਇੰਨੀ ਵੱਡੀ ਗਿਣਤੀ ਨੂੰ 40% ਪਾਪੂਲੇਸ਼ਨ ਨੂੰ ਕੱਢ ਦਿੰਦੇ ਹੋ ਤਾਂ ਉਹਨੂੰ ਲੈ ਕੇ ਕਿੱਥੇ ਜਾਓਗੇ? ਕਿਉਂਕਿ ਦੂਜੇ ਸੈਕਟਰ ਦੇ ਵਿੱਚ, ਇੰਡਸਟਰੀ ਦੇ ਵਿੱਚ ਤੇ ਟਰਸ਼ਰੀ ਸੈਕਟਰ, ਸੇਵਾਵਾਂ ਦੇ ਸੈਕਟਰ ਦੇ ਵਿੱਚ ਵੀ ਹੁਣ ਹਾਈਟੈਕ ਹੋ ਗਏ, ਉੱਥੇ ਜਿਹੜੀ ਕਿਰਤ ਸ਼ਕਤੀ ਹੈ ਜਿਹੜੀ ਉੱਥੇ ਕੰਮ ਨਹੀਂ ਮਿਲਦਾ। ਇਸ ਕਰਕੇ ਫਿਰ ਉਹਨਾਂ ਨੇ ਆਪਣੀ ਰਿਕਮੈਂਡੇਸ਼ਨ ਨੂੰ ਬਦਲ ਕੇ 18 ਤੋਂ 38% ਕਰ ਲਿਆ ਕਿ 58 ਤੋਂ ਘਟਾ ਕੇ 38% ਕੀਤਾ ਜਾਵੇ। 20% ਪਾਪੂਲੇਸ਼ਨ ਨੂੰ ਖੇਤੀ ਚੋਂ ਕੱਢੋ। ਖੇਤੀ ਉੱਤੇ ਇਹ ਬੋਝ ਨੇ, ਜਿੰਨਾ ਚਿਰ ਅਸੀਂ ਇਹਨਾਂ ਨੂੰ ਖੇਤੀ ਚੋਂ ਨਹੀਂ ਕੱਢਦੇ ਉਹਨਾਂ ਚਿਰ ਖੇਤੀ ਦਾ ਜਿਹੜਾ ਭਲਾ ਨਹੀਂ ਹੋ ਸਕਦਾ। ਤਾਂ ਇਹਦੇ ਵਿੱਚ ਬਣਿਆ ਇਹ ਹੈ ਕਿ ਖੇਤੀ ਚੋਂ ਲੋਕਾਂ ਨੂੰ ਕੱਢ ਕੇ, ਪਿੰਡਾਂ ਚੋਂ ਲੋਕਾਂ ਨੂੰ ਕੱਢ ਕੇ ਸ਼ਹਿਰਾਂ 'ਚ ਲੈ ਜਾਓ। ਸ਼ਹਿਰਾਂ ਦੇ ਵਿੱਚ ਉਹ ਬਸਤੀਆਂ ਦੇ ਵਿੱਚ ਬੈਠਣਗੇ ਤੇ ਉਹ ਇੰਡਸਟਰੀ ਵਾਲੇ ਪਾਰਟ ਦਾ ਹਿੱਸਾ ਬਣਨਗੇ ਤੇ ਉਹ ਕਾਰਪੋਰੇਟਾਂ ਨੂੰ ਜਿਹੋ ਜਿਹੀ ਕਿਰਤ ਸ਼ਕਤੀ ਦੀ ਲੋੜ ਹੈ, ਲੇਬਰ ਦੀ ਲੋੜ ਹੈ, ਉੱਥੇ ਜਾਣਗੇ। ਇਹਦੇ ਵਿੱਚ ਇਹ ਹੈ ਕਿ ਦਿਖਾਇਆ ਇਹ ਜਾਂਦਾ ਹੈ ਕਿ ਖੇਤੀ ਦਾ ਭਲਾ ਕਰ ਰਿਹਾ। ਬੇਸਿਕਲੀ ਹੁੰਦਾ ਕਿ ਇਹ ਕਿਵੇਂ ਤੁਸੀਂ ਕਾਰਪੋਰੇਟਾਂ ਦਾ ਭਲਾ ਕਰ ਰਹੇ ਹੋ, ਕਿਉਂਕਿ ਕਾਰਪੋਰੇਟਾਂ ਨੂੰ ਇੱਕ ਵੱਡੀ ਮੰਡੀ ਦਿਸਦੀ ਹੈ। ਉਹ ਇਕੱਲੀ ਖੇਤੀ ਨਹੀਂ ਕਰਨਗੇ, ਉਹ ਖੇਤੀ ਦੇ ਨਾਲ ਕੀ ਕਰਨਗੇ, ਇੱਥੇ ਪ੍ਰੋਸੈਸਿੰਗ ਵੀ ਕਰਨਗੇ, ਇਸ ਨੂੰ ਐਕਸਪੋਰਟ ਮਾਰਕੀਟ ਨਾਲ ਵੀ ਜੋੜਨਗੇ। ਤਾਂ ਸਾਰਿਆਂ ਤੋਂ ਵੱਡੀ ਗੱਲ ਹੈ ਜਿਹੜੀ ਉਹ ਇਹਦੇ ਨਾਲ ਫਿਊਚਰ ਟ੍ਰੇਡਿੰਗ ਕਰਨਗੇ। ਫਿਊਚਰ ਟ੍ਰੇਡਿੰਗ ਹੈ ਜਿਹੜਾ ਉਹ ਕੰਟਰੈਕਟ ਫਾਰਮਿੰਗ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਕੰਟਰੈਕਟ ਕਰਕੇ ਤੁਸੀਂ ਲੈ ਜਾਓ, ਬਾਅਦ ਦੇ ਵਿੱਚ ਉਹਦਾ ਵਾਅਦਾ ਵਪਾਰ ਅਸੀਂ ਕਹਿੰਦੇ ਕਿ ਆਉਣ ਵਾਲੇ ਸਮੇਂ ਪ੍ਰੋਡਕਸ਼ਨ ਹੋਵੇ ਜਾਂ ਨਾ ਹੋਵੇ, ਤੁਸੀਂ ਉਹਦਾ ਜੂਆ ਇੱਕ ਸੱਟਾ ਹੈ ਜਿਹੜਾ ਸ਼ੇਅਰ ਮਾਰਕੀਟ ਦੇ ਨਾਲ ਹੀ ਜੁੜ ਜਾਂਦਾ ਹੈ ਕਿ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਲਿਆਂਦੀਆਂ ਜਾਣ। ਕਿਉਂਕਿ 1990 ਦੇ ਵਿੱਚ ਜਦੋਂ ਇਹ ਪਾਲਿਸੀ ਆ ਗਈ ਸੀ ਕਿ ਫ੍ਰੀ ਟ੍ਰੇਡ ਦੀ ਪਾਲਿਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਅਸੀਂ WTO ਜਦੋਂ 1995 ਦੇ ਵਿੱਚ ਬਣਦਾ ਹੈ ਤਾਂ ਵੱਖ-ਵੱਖ ਮੀਟਿੰਗਾਂ ਦੇ ਵਿੱਚ ਇਸ ਗੱਲ ਤੇ ਜ਼ੋਰ ਲਾਇਆ ਗਿਆ ਕਿ ਤੁਸੀਂ ਮਾਰਕੀਟ ਸਪੋਰਟ ਨਹੀਂ ਦੇਣੀ, ਤੁਸੀਂ ਸਬਸਿਡੀਆਂ ਨੂੰ ਬੰਦ ਕਰੋ। ਈਵਨ ਇਸ ਤਰ੍ਹਾਂ ਹੀ ਚੱਲਦਾ ਚਲਾਉਂਦਾ ਜਦੋਂ ਆਖਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਬਾਲੀ ਦੀ ਇੰਡੋਨੇਸ਼ੀਆ ਦੇ ਵਿੱਚ 12 ਦੇ ਵਿੱਚ, 2012 ਤੋਂ ਬਾਅਦ ਇਹ ਕਰਿਆ ਗਿਆ ਕਿ ਤੁਸੀਂ ਵੀ ਕਿਸੇ ਵੀ ਤਰ੍ਹਾਂ ਇਹ ਸਪੋਰਟ ਨਹੀਂ ਦੇ ਸਕਦੇ। ਜਿਹੜੀ MSP ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ, ਉਹ ਕੋਈ ਵੀ ਸਰਕਾਰ ਆਪਣੇ ਕਿਸੇ ਵੀ ਖੇਤਰ ਨੂੰ ਇਸ ਤਰ੍ਹਾਂ ਦੀ ਸਪੋਰਟ ਨਹੀਂ ਦੇ ਸਕਦੀ। ਇਹਦੇ ਨਾਲ ਕੰਪੀਟੀਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤਾਂ ਇਹ ਕੰਪੀਟੀਟਿਵ ਨਹੀਂ ਰਹਿੰਦਾ ਤੁਸੀਂ ਜਦੋਂ ਤੁਸੀਂ ਘਰੇਲੂ ਸਪੋਰਟ ਦੇ ਦਿੰਦੇ ਹੋ। ਇਹ ਬੰਦ ਕਰਾਉਣ ਦੇ ਚੱਕਰ ਦੇ ਵਿੱਚ ਤਾਂ ਇਹ ਵਿਸ਼ਾ ਫਿਰ ਇਸ ਤਰ੍ਹਾਂ ਚਲੀ ਗਿਆ ਕਿ ਕਿਉਂਕਿ ਮੈਂ ਉਹਨਾਂ ਦੀਆਂ ਜਿਹੜੀ MSP ਫਿਕਸ ਕਰਨ ਵਾਲਾ ਇੱਕ ਸਾਡੇ ਸੈਂਟਰ ਹੈਗਾ ਉਹਦੇ ਨਾਲ ਵੀ ਜੁੜਿਆ ਹੋਇਆ ਕਿ ਕਿਵੇਂ ਕੀਮਤਾਂ ਜਿਹੜੀਆਂ ਨਿਰਧਾਰਿਤ ਹੁੰਦੀਆਂ ਨੇ। ਅਸੀਂ ਇਹ ਦੇਖਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਪਾਈਆਂ ਹੀ ਨਹੀਂ ਜਾਂਦੀਆਂ MSP ਦੇ ਵਿੱਚ, ਤੇ ਜਿਹੜੀ MSP ਸਾਡੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਮਿਲਣੀ ਚਾਹੀਦੀ ਹੈ। ਉਹਦੇ ਉੱਤੇ ਵੀ WTO ਦੀਆਂ ਜਿਹੜੀਆਂ ਹਦਾਇਤਾਂ ਲੱਗੀਆਂ ਹੋਣ ਕਿ ਨਾ ਦਿੱਤੀ ਜਾਵੇ, ਇਹਨੂੰ ਬੰਦ ਕੀਤਾ ਜਾਵੇ। ਇਸੇ ਕਰਕੇ ਇਸ ਨੂੰ ਜਿਹੜੀ ਰੈਗੂਲੇਟਡ ਮਾਰਕੀਟ ਹੈ APMC ਦੇ ਥੱਲੇ ਜਿਹੜੀਆਂ ਬਣੀਆਂ ਹੋਈਆਂ ਸਾਡੇ, ਉਹਨਾਂ ਮੰਡੀਆਂ ਨੂੰ ਹੀ ਤਬਾਹ ਕਰ ਦਿਓ, ਉਹਨੂੰ ਖਤਮ ਕਰ ਦਿਓ। ਜਦੋਂ ਰੈਗੂਲੇਟਰ ਮੰਡੀ ਨਾ ਰਹੀ ਫਿਰ MSP ਦਾ ਤਾਂ ਮਤਲਬ ਹੀ ਨਹੀਂ ਹੈਗਾ, ਤਾਂ MSP ਫੇਰ ਹੀ ਬੰਦ ਹੋ। ਤਾਂ ਅਸੀਂ WTO ਦੀਆਂ ਉਹਨਾਂ ਹਦਾਇਤਾਂ ਨੂੰ ਲਾਗੂ ਕਰਨ ਦੇ ਵਿੱਚ ਅਸੀਂ ਇਹ ਆਰਡੀਨੈਂਸ ਲਿਆਂਦੇ ਨੇ, ਜਿਨ੍ਹਾਂ ਦਾ ਲਿਆਉਣ ਦਾ ਕਿਸੇ ਵੀ ਆਰਡੀਨੈਂਸ ਜਦੋਂ ਲਿਆਂਦਾ ਜਾਂਦਾ ਹੈ ਤਾਂ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਐਕਟ ਨੂੰ ਤੋੜ ਰਹੇ ਹੋ। 1955 ਦਾ ਐਕਟ ਹੈ, 1961 ਦਾ ਐਕਟ ਹੈ, ਉਹ ਬੜੇ ਨੂੰ ਤੋੜ ਰਹੇ ਹੋ। ਤਾਂ ਇਹਦੇ ਵਿੱਚ ਤੁਸੀਂ ਉਸ ਹਾਲਤ ਦੇ ਵਿੱਚ ਆਰਡੀਨੈਂਸ ਲਿਆਉਂਦੇ ਨੇ ਐਕਟ ਨੂੰ ਤੋੜਨ ਵਾਸਤੇ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ ਕਿ ਹੁਣ ਤਾਂ ਸਰਦਾ ਨਹੀਂ ਹੈਗਾ, ਹੁਣ ਤਾਂ ਸਾਰੇ ਡੁੱਬ ਜਾਣਗੇ, ਮਰ ਜਾਣਗੇ। ਪਰ ਇਹ ਸਾਨੂੰ ਲੱਗਦਾ ਨਹੀਂ ਸੀ ਕਿ ਖੇਤੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਰਡੀਨੈਂਸ ਲਿਆਉਣ ਦੀ ਲੋੜ ਸੀ। ਕੇਂਦਰ ਸਰਕਾਰ ਨੇ ਆਪਣੇ ਇਸ ਕਰੋਨਾ ਟਾਈਮ ਦਾ ਫਾਇਦਾ ਉਠਾਉਂਦੇ ਹੋਏ ਕਿ ਇਹਦੇ ਉੱਤੇ ਕੋਈ ਵਿਰੋਧ ਨਹੀਂ ਹੋਊਗਾ, ਤਾਂ ਉਸ ਸਮੇਂ ਦੇ ਵਿੱਚ ਇੱਕ ਸਮੇਂ ਨੂੰ ਸਮਝ ਕੇ ਬੜਾ ਵਧੀਆ ਸਮਾਂ ਹੈ ਆਪਣੀਆਂ ਜਿਹੜੀਆਂ ਪਾਲਿਸੀਆਂ ਨੂੰ ਥੋਪਣ ਦਾ, ਉਸ ਸਮੇਂ ਦੇ ਵਿੱਚ ਇਹ ਆਰਡੀਨੈਂਸ ਲਿਆਂਦਾ ਗਿਆ। ਤਾਂ ਇਹਦੇ ਵਿੱਚ ਮਤਲਬ ਹਾਲੇ ਵੀ ਸਾਨੂੰ ਕੋਈ ਕਾਹਲ ਨਹੀਂ ਸੀ ਲੱਗਦੀ ਕਿ ਭਾਵੇਂ ਕਿ ਉਹਨਾਂ ਕੋਲੇ ਮੈਜੋਰਟੀ ਇਹ ਫਿਰ ਵੀ, ਕਿਉਂਕਿ ਉਹ ਸਤੰਬਰ ਦੇ ਵਿੱਚ ਹੀ ਹੋ ਰਿਹਾ, ਉਹਦੇ ਵਿੱਚ ਜਿਹੜਾ ਐਕਟ ਬਣਨ ਜਾ ਰਿਹਾ ਹੈ। ਕਿਉਂਕਿ ਕਿਸੇ ਵੀ ਆਰਡੀਨੈਂਸ ਦੀ ਜਿਹੜੀ ਲਾਈਫ ਹੈ ਉਹ 6 ਮਹੀਨੇ ਹੁੰਦੀ ਹੈ। 6 ਮਹੀਨਿਆਂ ਤੋਂ ਬਾਅਦ ਜੇ 4 ਦਸੰਬਰ ਤੱਕ ਇਹ ਚੇਂਜ ਨਹੀਂ ਹੁੰਦਾ ਤਾਂ ਖਤਮ ਹੋ ਜਾਂਦਾ, ਜਾਂ ਐਕਸਟੈਂਸ਼ਨ ਹੋ ਸਕਦੀ ਹੈ ਜਾਂ ਇਹਨੂੰ ਐਕਟ ਦੇ ਵਿੱਚ ਬਦਲਣਾ ਪਊਗਾ। ਤਾਂ ਅਸੀਂ
ਇਹ ਕਾਹਲੀ ਦੇ ਵਿੱਚ ਲਿਆਂਦਾ ਗਿਆ ਆਰਡੀਨੈਂਸ ਹੈ। ਇਹ ਕਾਹਲੀ ਤਾਂ ਕੀਤੀ ਗਈ ਹੈ ਕਿ ਕਾਰਪੋਰੇਟ ਤੱਕ ਪ੍ਰੈਸ਼ਰ ਸੀਗਾ। ਦੂਜੀ ਗੱਲ ਕਿ ਇਹ ਸਟੇਟ ਸਬਜੈਕਟ ਦੇ ਉੱਤੇ ਇੱਕ ਵੱਡਾ ਹਮਲਾ ਹੈ, ਸਟੇਟਾਂ ਉੱਤੇ ਵੱਡਾ ਹਮਲਾ ਹੈ। ਪੂਰੀ ਮੰਡੀਕਰਨ ਨਹੀਂ, ਪੂਰਾ ਜਿਹੜਾ ਖੇਤੀ ਦਾ ਸੈਕਟਰ ਹੈ ਉਹ ਸਟੇਟ ਸਬਜੈਕਟ ਹੈ, ਤੇ ਸਟੇਟਾਂ ਨੂੰ ਹੀ ਇਹਦੇ ਵਿੱਚ ਆਪਣੇ ਕਾਨੂੰਨ ਬਣਾਉਣ ਦਾ, ਸਟੇਟਾਂ ਨੂੰ ਹੀ ਖੇਤੀ ਦੇ ਵਿੱਚ ਆਪਣੀਆਂ ਪਾਲਿਸੀਆਂ ਬਣਾਉਣ ਦਾ ਅਧਿਕਾਰ ਹੁੰਦਾ ਹੈ। ਤੇ ਇਹ ਦੋ ਜਿਹੜੇ ਹਮਲੇ ਨੇ ਇੱਕੋ ਦੌਰ ਦੇ ਵਿੱਚ, ਕਿ ਸਟੇਟਾਂ ਵਾਲਾ ਹਮਲਾ ਵੀ ਕਰ ਲੈਣਾ ਤੇ ਖੇਤੀ ਦੇ ਉੱਤੇ ਆਪਣੇ ਉਹ ਸਾਰੇ ਐਕਟਾਂ ਨੂੰ ਵੀ ਚੇਂਜ ਕਰ ਦੇਣਾ, ਇਸ ਸਮੇਂ ਦੇ ਵਿੱਚ ਇਹ ਹੋਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ। ਤਾਂ ਅਸੀਂ ਇਹ ਕਿ ਜਿੱਥੇ ਪੰਜਾਬ ਦਾ ਸਿਸਟਮ ਹੈ ਜਿਹੜਾ ਮੰਡੀ ਦਾ, ਉਹ ਬਹੁਤ ਵਧੀਆ ਸਿਸਟਮ ਹੈ, ਇਹਨੂੰ ਮੰਨਿਆ ਜਾਂਦਾ। ਇਹਨੂੰ ਲੋੜ ਤਾਂ ਸੀ ਕਿ ਇਹਨੂੰ ਹੋਰ ਸੁਧਾਰਿਆ ਜਾਂਦਾ, ਕਿਉਂਕਿ ਪੰਜਾਬ ਦੇ ਵਿੱਚ 7000 ਇੰਡੀਆ ਦੇ ਵਿੱਚ 7000 ਮੰਡੀਆਂ ਨੇ, ਜਿਨ੍ਹਾਂ ਦਾ ਨੰਬਰ ਇਹ ਸੀ ਕਿ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੱਕ 40000 ਨੰਬਰ ਹੈ ਜਿਹੜਾ ਉਹ ਹੋਣ ਦੀ ਥਾਂ 7000 ਤੋਂ ਵੀ ਉਹਨਾਂ ਨੇ ਘਟਾ ਕੇ ਜਿਹੜੀਆਂ ਮੰਡੀਆਂ ਨੇ ਉਹਦਾ ਨੰਬਰ ਹੈ ਜਿਹੜਾ ਉਹ ਵੀ ਬੰਦ ਕਰਤੀਆਂ। ਇਹ ਪਹਿਲੀ ਵਾਰ ਨਹੀਂ ਹੋਇਆ, ਇਹ ਕੋਈ ਜਿਹੜੇ ਐਕਟ ਨੇ ਪਹਿਲੀ ਵਾਰ ਨਹੀਂ ਆਏ। ਇਹ ਐਕਟ ਜਿਹੜੇ ਆਰਡੀਨੈਂਸ ਨੇ, ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਵਿਸ਼ਵ ਦੇ ਵਿਕਸਿਤ ਦੇਸ਼ਾਂ ਦੇ ਵਿੱਚ ਪਹਿਲੀ ਹੋ ਰਹੀਆਂ ਨੇ, ਪਹਿਲੀ ਉੱਥੇ ਇਹ ਸਾਰਾ ਕੁਝ ਚੱਲ ਰਿਹਾ। ਤੁਸੀਂ ਦੇਖੋ ਕਿ ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਬਾਕੀ ਸਟੇਟਾਂ ਦੇ ਵਿੱਚ ਵੀ ਇੱਥੇ ਇਹ ਜਿਹੜੀਆਂ ਕੰਪਨੀਆਂ ਨੇ, ਇਹ ਕਾਰਪੋਰੇਟ ਘਰਾਣੇ ਨੇ, ਇਹ ਖੇਤੀ ਦੇ ਉੱਤੇ ਪੂਰਾ ਕਾਬਜ਼ ਨੇ। ਉੱਥੇ ਇਹਨਾਂ ਦਾ ਜਿਹੜਾ ਹੈਗਾ ਬੜਾ ਵੱਡਾ ਗਲਬਾ ਹੈ। ਤੇ USA ਦੇ ਵਿੱਚ ਵੀ ਕਿਸਾਨ ਅੱਜ ਨੇ ਉਹ ਖੇਤੀ ਛੱਡ ਰਹੇ ਨੇ, ਉਹ ਖੇਤੀ ਨੂੰ ਘਾਟੇ ਵਾਲਾ ਧੰਦਾ ਸਮਝਦੇ ਨੇ, ਉਹ ਖੁਦਕਸ਼ੀਆਂ ਵੀ ਕਰ ਰਹੇ ਨੇ। ਤੇ ਇਹ ਕੰਪਨੀਆਂ ਇੰਡੀਆ ਦੇ ਵਿੱਚ ਕਿਉਂ ਆ ਰਹੀਆਂ ਨੇ? ਸਾਡੇ ਇੰਡੀਆ ਦੇ ਵਿੱਚ ਜ਼ਮੀਨ ਆ ਜਿਹੜਾ ਸਸਤੇ ਰੇਟ ਉੱਤੇ ਮਿਲ ਜੂਗੀ ਇਹਨਾਂ ਨੂੰ, ਇੱਥੇ ਮਜ਼ਦੂਰ ਆ ਜਿਹੜਾ ਸਸਤੀਆਂ ਮਜ਼ਦੂਰੀਆਂ ਤੇ ਜਿਹੜਾ ਕਿਰਤ ਸ਼ਕਤੀ ਜਿਹੜੀ ਕਿ ਸਾਡੇ ਕੋਲੇ ਵੇਜ ਰੇਟ ਨੇ ਉਹ ਘੱਟ ਨੇ, ਦਿਹਾੜੀ ਘੱਟ ਹੈ, ਉਸ ਉੱਤੇ ਮਿਲ ਜੂ। ਤੇ ਇਸ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਬਹੁਤ ਵੱਡੀ ਮੰਡੀ ਮਿਲ ਜੂ, ਇਹ ਚੀਜ਼ਾਂ ਨੂੰ ਵੇਚਣਾ ਵੀ ਹੈ। ਤਾਂ ਇਸ ਕਰਕੇ ਇਹ ਝਪਟ ਰਹੀਆਂ ਨੇ ਇਸ ਬਿਜ਼ਨਸ ਉੱਤੇ। ਅੱਜ ਇਹ ਜਾਣਿਆ ਜਾਂਦਾ ਕਿ ਦੁਨੀਆ ਦੇ ਵਿੱਚ ਜੇ ਕੋਈ ਸਭ ਤੋਂ ਪ੍ਰੋਫਿਟੇਬਲ ਕੰਮ ਹੈ ਉਹ ਫਾਰਮਾਸਿਊਟੀਕਲ ਹੈ, ਜਿਹੜੀਆਂ ਦਵਾਈਆਂ ਮਨੁੱਖੀ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਪ੍ਰੋਫਿਟ ਹੈ। ਉਸ ਤੋਂ ਬਾਅਦ ਜਿਹੜਾ ਪ੍ਰੋਫਿਟ ਆਉਂਦਾ ਉਹ ਐਗਰੀ ਬਿਜ਼ਨਸ ਦੇ ਵਿੱਚ ਹੈ। ਇਹ ਐਗਰੀ ਬਿਜ਼ਨਸ ਦੁਨੀਆ ਦਾ ਸੈਕੰਡ ਪ੍ਰੋਫਿਟੇਬਲ ਕੰਮ ਹੈ। ਤੇ ਇਹਦੇ ਨਾਲ ਜੇਕਰ ਅਸੀਂ ਇਸ ਇੰਡੀਆ ਦੀ ਵੱਡੀ ਮਾਰਕੀਟ ਦੀ ਜਿਹੜੀ ਕ੍ਰੌਪ ਇੰਸ਼ੋਰੈਂਸ ਨੂੰ ਜੋੜ ਲਈਏ ਤਾਂ ਸ਼ਾਇਦ ਇਹ ਫਾਰਮਾਸਿਊਟੀਕਲ ਨੂੰ ਵੀ ਟੱਪ ਜਾਂਦਾ ਹੈ, ਕਿਉਂਕਿ ਕ੍ਰੌਪ ਇੰਸ਼ੋਰੈਂਸ ਇੱਕ ਆਪਦੇ ਆਪ ਵਿੱਚ ਐਡੀ ਵੱਡੀ ਮਾਰਕੀਟ ਉਹ ਵੀ ਇਹਦੇ ਨਾਲ ਜੁੜ ਜਾਣੀ ਹੈ। ਜਦੋਂ ਇਹ ਕ੍ਰੌਪ ਇੰਸ਼ੋਰੈਂਸ ਹੈ ਜਿਹੜੀ ਇਹ ਆ ਗਈ ਤਾਂ ਇਹਦਾ ਇੰਨਾ, ਕਿਉਂਕਿ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚੋਂ 2008 ਦੇ ਵਿੱਚ ਇੱਕ ਪਾਇਲਟ ਕੀਤਾ ਸੀਗਾ। ਇਹਦੇ ਵਿੱਚ ਕੀ ਹੈ ਕਿ ਕਿਸਾਨ ਹੈ ਕੁਛ ਹਿੱਸਾ ਪਾਉਂਦੇ ਨੇ, ਕੁਛ ਸਰਕਾਰਾਂ ਪਾਉਂਦੀਆਂ ਨੇ, ਸੈਂਟਰ ਸਰਕਾਰ ਤੇ ਸਟੇਟ ਸਰਕਾਰਾਂ। ਤਾਂ ਜਿਹੜੀਆਂ ਵੀ ਕੰਪਨੀਆਂ ਨੇ ਇੰਸ਼ੋਰੈਂਸ ਕੰਪਨੀਆਂ, ਉਹ ਕੀ ਕਰਦੀਆਂ ਨੇ, ਸਾਰਾ ਹਿੱਸਾ ਸਰਕਾਰ ਦਾ ਸੈਂਟਰ ਦਾ ਲੈ ਜਾਂਦੀਆਂ ਨੇ, ਸਾਰਾ ਸਟੇਟ ਦਾ ਲੈ ਜਾਂਦੀਆਂ ਨੇ, ਅੱਧਾ ਹਿੱਸਾ ਕਿਸਾਨਾਂ ਦਾ ਲੈ ਜਾਂਦੀਆਂ, ਬਾਕੀ ਜਿਹੜਾ ਅੱਧਾ 25% ਉਹ ਕਿਸਾਨਾਂ 'ਚ ਵੰਡ ਦਿੰਦੀਆਂ। ਤਾਂ ਇਹ ਕੀ ਹੈ ਕਿ ਸਾਡਾ ਹੀ ਪੈਸਾ ਹੈ, ਸਾਡਾ ਹੀ ਸਿਰ, ਸਾਡੀਆਂ ਹੀ ਜੁੱਤੀਆਂ, ਤੇ ਉਹਦੇ ਵਿੱਚ ਕੀ ਹੈ ਕਿ ਸਾਰਾ ਪੈਸਾ ਜਿਹੜਾ ਕੰਪਨੀਆਂ ਨੂੰ ਚਲਾ ਜਾਂਦਾ, ਕਿਸਾਨਾਂ ਨੂੰ ਆਪਣਾ ਹਿੱਸਾ ਵੀ ਨਹੀਂ ਮਿਲਦਾ। ਤਾਂ ਇਹ ਇੱਕ ਵੱਡੀ ਮਾਰਕੀਟ ਹੈ। ਜਿਵੇਂ ਹਰਿਆਣੇ ਦੇ ਵਿੱਚ ਕੀਤਾ ਕਿ ਉਹਨਾਂ ਨੇ ਕ੍ਰੌਪ ਲੋਨ ਦੇ ਨਾਲ ਹੀ ਜੋੜਦਾ ਇੰਸ਼ੋਰੈਂਸ ਨੂੰ। ਤਾਂ ਇਹ ਐਗਰੀ ਬਿਜ਼ਨਸ ਇੰਸ਼ੋਰੈਂਸ ਸਭ ਜਿਹੜਾ ਹੈਗਾ ਧੰਦਾ, ਇਹਦੇ ਵਿੱਚ ਵੱਡੇ ਇਨਵੈਸਟਮੈਂਟ ਕਰਨ ਦੀਆਂ ਸੰਭਾਵਨਾਵਾਂ ਪਈਆਂ ਨੇ, ਇਹਦੇ ਵਿੱਚ ਵੱਡੀ ਪ੍ਰੋਫਿਟੇਬਿਲਿਟੀ ਦੀਆਂ ਸੰਭਾਵਨਾਵਾਂ ਪਈਆਂ ਨੇ। ਇਸੇ ਕਰਕੇ ਇਹ ਕੰਪਨੀਆਂ ਨੇ ਜਿਹੜੀਆਂ ਇਸ ਵੱਡੀ ਮਾਰਕੀਟ ਉੱਤੇ ਅੱਖ ਰੱਖ ਰਹੀਆਂ ਨੇ। ਅੱਜ ਦੁਨੀਆ ਦੀਆਂ 2012 ਦੀ ਇੱਕ ਰਿਪੋਰਟ ਹੈ ਕਿ ਦੁਨੀਆ ਦੀਆਂ 4 ਕੰਪਨੀਆਂ ਨੂੰ ABCD ਕਹਿੰਦੇ ਨੇ, ਉਹਨਾਂ ਦਾ ਵੱਡਾ ਹਿੱਸਾ ਜਿਹੜਾ ਪੂਰੀ ਦੁਨੀਆ ਦਾ 90% ਜਿਹੜਾ ਇਹ ਹਿੱਸਾ ਹੈ ਇਹ ਇਹਨਾਂ 4 ਕੰਪਨੀਆਂ ਦੇ ਕੰਟਰੋਲ ਦੇ ਵਿੱਚ ਹੈ। ਇਹਦੇ ਵਿੱਚ ਕਾਰਗਿਲ ਵੀ ਇੱਥੇ ਆਪਣੇ ਕੰਮ ਕਰਦੀ ਰਹੀ ਹੈ। ਤਾਂ ਇਸੇ ਤਰ੍ਹਾਂ ਹੀ ਕੁਛ ਇਹਦੇ ਉੱਤੇ ਕਿੰਤੂ ਪ੍ਰੰਤੂ ਹੋਏ ਨੇ ਕਿ ਸ਼ੁਰੂ 'ਚ ਜਦੋਂ ਇਹ ਆਰਡੀਨੈਂਸ ਲਿਆਂਦੇ ਸੀ ਤਾਂ 2 ਤਰ੍ਹਾਂ ਦੇ ਮਤ ਜਿਹੜੇ ਉੱਠੇ ਸੀਗੇ ਕਿ ਕੁਛ ਲੋਕ ਇਹ ਕਹਿੰਦੇ ਸੀ ਕਿ ਇਹਦੇ ਬਹੁਤ ਨੁਕਸਾਨ ਹੋਣਗੇ, ਥੋੜੇ ਲੋਕ ਇਹ ਵੀ ਕਹਿੰਦੇ ਸੀ ਕਿ ਇਹਨਾਂ ਦੇ ਫਾਇਦੇ ਹੋਣਗੇ। ਤਾਂ ਉਹ ਫਾਇਦਿਆਂ ਦੇ ਵਿੱਚ ਕੁਛ ਲੌਜਿਕ ਉਹਨਾਂ ਨੇ ਖੜੇ ਕੀਤੇ ਸੀ ਕਿ MSP ਇਸ ਤਰ੍ਹਾਂ ਹੀ ਚੱਲਦੀ ਰਹੂਗੀ, ਜਿਹੜੇ ਇਹ ਮੰਡੀਆਂ ਵੀ ਚੱਲਦੀਆਂ ਰਹਿਣਗੀਆਂ, ਜਿਹਨੇ ਇੱਥੇ ਜਾਣਾ ਇੱਥੇ ਚਲੇ ਜਾਣ, ਜਿਹਨੇ ਇੱਥੇ ਨਹੀਂ ਜਾਣਾ ਦੂਜੀ ਮੰਡੀ ਚਲੇ ਜਾਣ। ਇਸੇ ਤਰ੍ਹਾਂ ਉਹਨਾਂ ਨੇ ਕਹਿੰਦੇ ਕਿ ਬੰਦਿਆਂ ਨੂੰ ਖੁੱਲ੍ਹ ਹੈਗੀ, ਕਿਤੇ ਮਰਜ਼ੀ ਜਾ ਕੇ ਵੇਚ ਦੇਣ, ਜਿਹਦੇ ਜੇ ਕਰਦਾ ਇੱਥੇ ਵੇਚਣ, ਜਿਹਦੇ ਜੇ ਕਰਦਾ ਭਾਵੇਂ ਪਾਕਿਸਤਾਨ ਜਾ ਮਤਲਬ ਜਿਹੜਾ ਹੈਗਾ ਕਿਸੇ ਉਧਰ ਸਾਊਥ ਦੀ ਮੰਡੀ ਦੇ ਵਿੱਚ ਜਾ ਕੇ ਵੇਚ ਦੇਣ। ਤਾਂ
ਇਹਦੇ ਨਾਲ ਫਾਇਦਾ ਹੋ ਜਾਊਗਾ। ਪਰ ਹੌਲੀ ਹੌਲੀ ਕੀ ਹੋਇਆ ਕਿ ਜਿਹੜੇ ਵੀ ਬੰਦੇ ਇਹਦੇ ਵਿਰੋਧ ਚ ਬੋਲਦੇ ਸੀ, ਅੱਜ ਉਹ ਲਗਭਗ ਸਾਰੇ ਚੁੱਪ ਕਰ ਗਏ। ਇਹ ਤੋਂ ਕੀ ਲੱਗਦਾ ਕਿ ਸਾਫ਼ ਹੈ ਤੋਂ ਕਿ ਉਹਨਾਂ ਦੇ ਇਸ ਲੌਜਿਕ ਦੇ ਵਿੱਚ ਬਹੁਤਾ ਕੋਈ ਦਮ ਨਹੀਂ ਸੀਗਾ। ਇਸ ਕਰਕੇ ਲੋਕਾਂ ਨੇ ਭਲਾ ਸਮਝਿਆ ਵੀ ਆਪਾਂ ਹੁਣ ਇਹਦਾ ਹੋਰ ਜਿਹੜਾ ਆਪਾਂ ਇਹਦੇ ਪੱਖ ਦੇ ਵਿੱਚ ਨਹੀਂ ਬੋਲ ਸਕਦੇ, ਕਿਉਂਕਿ ਲੌਜਿਕ ਹੀ ਕੋਈ ਨਹੀਂ ਸੀ। ਜਿਹੜੇ 3-4 ਲੌਜਿਕ ਆਏ ਸੀਗੇ ਉਹਦੇ ਵਿੱਚ ਇਹ ਪਹਿਲਾਂ ਰੱਖਿਆ ਸੀ ਕਿ ਇਹ ਮੰਡੀਆਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ। ਤੇ ਇਹਦੇ ਉੱਤੇ ਅਸੀਂ ਜਿੰਨਾ ਕੁ ਮਤਲਬ ਖੋਜ ਕੀਤੀ ਉਹਦੇ ਵਿੱਚ ਇਹ ਹੈ ਕਿ ਜਿਵੇਂ ਇੰਡੀਆ ਦੇ 86% ਕਿਸਾਨ ਨੇ ਉਹ ਛੋਟੇ ਨੇ, 5 ਕਿੱਲਿਆਂ ਤੋਂ ਘੱਟ ਬੜੇ, ਇਹਨਾਂ ਵਿੱਚੋਂ ਵੀ 67% ਉਹਨੇ ਜਿਨ੍ਹਾਂ ਕੋਲ 2.5 ਏਕੜ ਤੋਂ ਵੀ ਘੱਟ ਹੈ। ਤਾਂ ਇਹ ਛੋਟੇ ਕਿਸਾਨ ਨੇ, ਇਹ ਸਾਨੂੰ ਪਤਾ ਕਿ ਇਹ ਤਾਂ ਇਹਨਾਂ ਮੰਡੀਆਂ 'ਚ ਹੀ ਮਸਾ ਲੈ ਕੇ ਜਾਂਦੇ ਆ, ਤੇ ਦੂਜੀਆਂ ਮੰਡੀਆਂ 'ਚ ਕਿੱਥੇ ਜਾ ਕੇ ਇਹਨਾਂ ਨੇ ਕਰਨਾ। ਤਾਂ ਜੇਕਰ ਇਹ ਛੋਟੇ ਕਿਸਾਨ, ਇੰਡੀਆ ਦੇ ਇਹ ਛੋਟੇ ਕਿਸਾਨ ਇਸ ਨਵੀਆਂ ਮੰਡੀਆਂ 'ਚ ਜਾ ਹੀ ਨਹੀਂ ਸਕਦੇ, ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਫਿਰ ਇਹ 86% ਬੰਦੇ ਤਾਂ ਇਹਦੇ ਵਿੱਚ ਜਾ ਹੀ ਨਹੀਂ ਸਕਦੇ, ਫਿਰ ਇਹ ਬਣਾਈਆਂ ਕਿਹਦੇ ਲਈ ਨੇ? 14% ਲਈ। ਜੇ 14% ਤਾਂ ਪਹਿਲਾਂ ਹੀ ਜਿਹੜੇ ਉਹ ਠੀਕ ਨੇ, ਉਸ ਮੰਡੀ ਦੇ ਵਿੱਚ ਤਾਂ ਜਾ ਸਕਦੇ ਨੇ। ਇਹ ਤਾਂ ਮਤਲਬ ਮੰਤਵ ਹੈ ਸਾਡਾ, ਇਹ ਨਹੀਂ ਕਿ ਕਿਸਾਨੀ ਜਾ ਸਕੂਗੀ। ਮੰਤਵ ਇਹ ਹੈ ਕਿ ਕਾਰਪੋਰੇਟਾਂ ਨੂੰ ਫਾਇਦਾ ਕਿਵੇਂ ਪਹੁੰਚਾਉਣਾ। ਤਾਂ ਇੱਕ ਇਹ ਸੀਗਾ ਕਿ ਜਦੋਂ ਪੈਰਲਲ 2 ਮੰਡੀਆਂ ਬਣ ਜਾਣਗੀਆਂ, ਇੱਕ ਮੰਡੀ ਸਰਕਾਰੀ ਰੈਗੂਲੇਟਡ ਮਾਰਕੀਟ ਜਿਹੜੀ ਪਹਿਲਾਂ ਹੀ ਚੱਲਦੀ ਹੈ, ਇੱਕ ਨਵੀਂ ਮੰਡੀ ਜਿਹੜੀ ਪ੍ਰਾਈਵੇਟ ਬਣਨੀ ਹੈ, ਤਾਂ ਉਹ 2 ਤਰ੍ਹਾਂ ਦੀਆਂ ਮੰਡੀਆਂ ਚੱਲਦੀਆਂ ਰਹਿਣਗੀਆਂ। ਤਾਂ ਪ੍ਰਾਈਵੇਟ ਮੰਡੀ ਦੇ ਵਿੱਚ ਕੋਈ ਟੈਕਸ ਨਹੀਂ, ਸਰਕਾਰੀ ਮੰਡੀ ਦੇ ਵਿੱਚ ਟੈਕਸ ਹੈ 8.5%, ਜਿਹਦਾ 3% ਮਾਰਕੀਟ ਫੀਸ ਹੈ, 3% RDF ਰੂਰਲ ਡਿਵੈਲਪਮੈਂਟ ਫੰਡ ਹੈ, 2.5% ਆੜ੍ਹਤੀਆਂ ਦਾ ਕਮਿਸ਼ਨ ਹੈ, 8.5% ਤਾਂ 2.5% ਆੜ੍ਹਤੀਆਂ ਨੂੰ ਚਲਾ ਜਾਂਦਾ, 6% ਸਰਕਾਰ ਨੂੰ ਚਲਾ ਜਾਂਦਾ। ਇਹ ਜਿਹੜਾ ਟੈਕਸ ਹੈ, 1 ਕੁਆਂਟਲ ਝੋਨੇ ਦੇ ਉੱਤੇ 155 ਰੁਪਏ ਬਣਦਾ ਅੱਜ ਦੀ ਰੇਟ 'ਚ, ਤੇ ਕਣਕ ਉੱਤੇ 164 ਰੁਪਏ ਕੁਆਂਟਲ ਦਾ ਬਣਦਾ। ਅੱਜ ਸਰਕਾਰ ਨੂੰ ਖਰੀਦਣ ਵਾਸਤੇ 155 ਤੋਂ 164 ਰੁਪਇਆ 1 ਕੁਆਂਟਲ ਦਾ ਹੋਰ ਦੇਣਾ ਪੈਂਦਾ। ਪ੍ਰਾਈਵੇਟ ਬੰਦਿਆਂ ਨੂੰ ਜਿਹੜੀ ਬਾਹਰ ਮੰਡੀ ਹੈ ਉਹਦੇ ਵਿੱਚ ਨਹੀਂ ਦੇਣਾ ਪੈਂਦਾ, ਕਿਉਂਕਿ ਉਹਨਾਂ ਨੇ ਟੈਕਸ ਪੇ ਨਹੀਂ ਕਰਨਾ। ਤਾਂ ਉੱਥੇ ਇਹ ਟੈਕਸ ਉਹ ਨਹੀਂ ਪੇ ਕਰਦੇ। ਉਹ ਉੱਥੇ ਕੀ ਕਰਨਗੇ ਕਿ ਕਿਸਾਨਾਂ ਨੂੰ ਹੋ ਸਕਦਾ 55 ਤੋਂ 64 ਰੁਪਏ ਉਹ ਕੁਆਂਟਲ ਦਾ ਵੱਧ ਦੇ ਦੇਣ, ਤੇ ਆਪ 100 ਰੁਪਇਆ ਕੁਆਂਟਲ ਹੋਰ ਕਮਾ ਲੈਣ ਵੱਧ। ਇਹਦੇ ਨਾਲ ਕੀ ਹੋਊਗਾ ਕਿ ਕਿਸਾਨ ਨੇ ਜਿਹੜੇ ਉਹ ਪ੍ਰਾਈਵੇਟ ਮੰਡੀਆਂ ਵੱਲ ਜਾਣਗੇ, ਤੇ ਇੱਧਰ ਜਿਹੜੀ ਸਰਕਾਰੀ ਮੰਡੀ ਆ ਉਹਦੇ ਵਿੱਚ ਜਿਹੜੀ ਪ੍ਰੋਕਿਉਰਮੈਂਟ ਘਟ ਜਾਊਗੀ। ਹੌਲੀ ਹੌਲੀ ਉਹਨਾਂ ਨੇ ਕੀ ਕਰ ਦੇਣਾ ਕਿ ਇਸ ਪ੍ਰੋਕਿਉਰਮੈਂਟ ਦੇ ਹਿਸਾਬ ਦੇ ਨਾਲ ਉਹਨਾਂ ਨੇ ਜਿਹੜਾ ਇਹਨੂੰ ਇੱਥੇ ਕੋਟਾ ਫਿਕਸ ਕਰ ਦੇਣਾ, ਕਿਉਂਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ ਕੱਲਾ ਦਾਣਾ ਜਿਹੜਾ ਕਣਕ ਝੋਨੇ ਦਾ ਉਹ ਖਰੀਦਿਆ ਜਾਂਦਾ। ਹੋਰ ਸਟੇਟਾਂ ਦੇ ਵਿੱਚ ਵੀ MSP ਹੈਗੀ ਹੈ, ਹੋਰ ਸਟੇਟਾਂ ਦੇ ਵਿੱਚ ਵੀ ਪ੍ਰੋਕਿਉਰਮੈਂਟ ਹੁੰਦੀ ਹੈ, ਪਰ ਉੱਥੇ ਪੂਰਾ ਦਾਣਾ ਸਾਰੇ ਸਟੇਟ ਦਾ ਨਹੀਂ ਖਰੀਦਿਆ ਜਾਂਦਾ। ਜਿਵੇਂ ਕੁਝ ਦਾਲਾਂ ਦੇ ਵਿੱਚ, ਕੁਝ ਜਿਹੜਾ ਤੇਲ ਬੀਜਾਂ ਦੇ ਵਿੱਚ ਖਰੀਦੀਆਂ ਜਾਂਦੀਆਂ ਨੇ ਕ੍ਰੌਪਸ, ਪਰ ਸਾਰਾ ਨਹੀਂ ਖਰੀਦਿਆ ਜਾਂਦਾ ਕਿ ਜਿੰਨਾ ਸਟੇਟ ਦੇ ਵਿੱਚ ਪੈਦਾ ਹੋ ਗਿਆ। ਉੱਥੇ ਗਵਰਨਮੈਂਟ ਕੋਟਾ ਫਿਕਸ ਕਰਦੀ ਹੈ ਕਿ ਅਸੀਂ ਇੰਨਾ ਖਰੀਦਣਾ। ਜਦੋਂ ਹੀ ਉਹਨਾਂ ਦਾ ਉਹਨਾਂ ਕੋਟਾ ਪੂਰਾ ਹੋ ਜਾਂਦਾ, ਉਸ ਤੋਂ ਬਾਅਦ ਉਹ ਮੰਡੀ ਦੇ ਵਿੱਚ ਖਰੀਦ ਬੰਦ ਕਰ ਦਿੰਦੀ ਹੈ। ਇਸੇ ਤਰ੍ਹਾਂ ਕੀ ਕਰਨਾ ਹੈ, ਇਸ ਪੈਟਰਨ ਦੇ ਉੱਤੇ ਇਹਨਾਂ ਨੇ ਪੰਜਾਬ ਹਰਿਆਣੇ ਦੇ ਵਿੱਚ ਵੀ ਆਪਣਾ ਜਿਹੜਾ ਕੋਟਾ ਫਿਕਸ ਕਰ ਲੈਣਾ, ਕਿਉਂਕਿ ਘੱਟ ਆਉਣਾ ਹੈ। ਅਗਲੇ ਸਾਲ ਉਹਨਾਂ ਨੇ ਉਹਨਾਂ ਕੋਟਾ ਫਿਕਸ ਕਰ ਦੇਣਾ, ਹੋਰ ਘੱਟ ਆਉਣਾ। ਹੌਲੀ ਹੌਲੀ ਕੀ ਹੈ ਕਿ ਪ੍ਰਾਈਵੇਟ ਜਿਹੜੇ ਰਹਿ ਜਾਣਗੇ, ਇਹ ਜਿਹੜੀ ਸਰਕਾਰੀ ਖਰੀਦ ਹੈ ਉਹ ਬੰਦ ਹੋ ਜਾਣੀ ਹੈ, ਤੇ ਇਸ ਬੰਦ ਹੋਣ ਨਾਲ ਜਿਹੜੇ ਪ੍ਰਾਈਵੇਟ ਨੇ ਉਹ ਆਪਣਾ ਰੇਟ ਘਟਾ ਦੇਣਗੇ, ਕਿਉਂਕਿ ਇਹ ਮੁਕਾਬਲੇ ਦੇ ਵਿੱਚ ਨਹੀਂ ਹੋਣਗੇ। ਤਾਂ ਇਹ ਫੇਜ਼ ਦੇ ਵਿੱਚ MSP ਤੋਂ ਭੱਜਣ ਦੀ ਜਿਹੜੀ ਗੱਲ ਹੈਗੀ ਹੈ, ਕਿਉਂਕਿ ਬਿਹਾਰ ਦੇ ਵਿੱਚ ਜਿਹੜਾ 2003 ਦਾ ਮਾਡਲ ਹੈ, 2006 ਦੇ ਵਿੱਚ ਬਿਹਾਰ ਨੇ ਆਪਣਾ APMC ਐਕਟ ਨੂੰ ਖਤਮ ਕਰਤਾ ਸੀ। ਬਹੁਤ ਸਾਰੇ ਸਟੇਟਾਂ ਨੇ ਇਹਨੂੰ ਚੇਂਜ ਕਰਤਾ ਸੀ, ਤੇ ਬਿਹਾਰ ਨੇ ਪੂਰਾ ਬੰਦ ਕਰਤਾ ਸੀ, ਖਤਮ ਹੀ ਕਰਤਾ। ਤਾਂ ਉਸ ਸਟੇਟ ਦੀ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਉੱਥੇ ਕੀ ਹੋਇਆ, ਕਿਉਂਕਿ ਬਿਹਾਰ ਦੇ ਵਿੱਚ ਜੋ ਹੋਇਆ 2003 ਤੋਂ ਲੈ ਕੇ ਹੁਣ ਸਾਡੇ ਕੋਲ ਮਤਲਬ 6 ਤੋਂ ਲੈ ਕੇ ਹੁਣ 14-15 ਸਾਲ ਹੋ ਗਏ। 15 ਸਾਲ ਦੇ ਵਿੱਚ ਜੋ ਉੱਥੇ ਹੋਇਆ ਉਹੀ ਇੱਥੇ ਹੁਣ ਜਾ ਰਿਹਾ। ਇਸ ਕਰਕੇ ਬਹੁਤ ਇੰਪੋਰਟੈਂਟ ਹੈ ਇਸ ਗੱਲ ਨੂੰ ਸਮਝਣਾ ਕਿ ਬਿਹਾਰ ਦੇ ਵਿੱਚ ਜਦੋਂ ਇਹ ਐਕਟ APMC ਐਕਟ, ਜਿਹਨੂੰ ਅਸੀਂ ਕਿਸਾਨ ਉਪਜ ਵਪਾਰ ਅਤੇ ਵਣਜ ਵਾਲਾ ਐਕਟ ਹੈਗਾ, ਇਹਨੂੰ ਖਤਮ ਕਰਤਾ ਸੀਗਾ 1961 ਦੇ ਐਕਟ ਨੂੰ। ਤਾਂ ਉੱਥੇ ਦੇਖੋ, ਪਹਿਲੀ ਗੱਲ ਹੈ ਕਿ ਬਿਹਾਰ ਦੇ ਵਿੱਚ ਇਹ ਉਡਾਇਆ ਗਿਆ ਸੀਗਾ, ਜਿਵੇਂ ਇੱਥੇ ਵੀ ਉਡਾਇਆ ਜਾਂਦਾ ਕਿ ਇਹਦੇ ਨਾਲ ਇੰਫਰਾਸਟਰਕਚਰ ਬਹੁਤ ਡਿਵੈਲਪ ਹੋ ਜਾਊਗਾ, ਇਹਦੇ ਨਾਲ ਪ੍ਰਾਈਵੇਟ ਇਨਵੈਸਟਮੈਂਟ ਬਹੁਤ ਜ਼ਿਆਦਾ ਆ ਜਾਊਗੀ, ਬਿਹਾਰ ਇੱਕ ਐਗਰੀਕਲਚਰ ਹੱਬ ਆਫ ਦੀ ਕੰਟਰੀ ਬਣ ਜਾਊਗੀ, ਬਿਹਾਰ ਦੇ ਬੱਲੇ ਹੋ ਜਾਣਗੇ। ਤੁਸੀਂ ਦੇਖਿਓ, ਅਸੀਂ ਜਿਹੜਾ ਪ੍ਰਾਈਵੇਟ ਇਨਵੈਸਟਮੈਂਟ ਆਉਂਦਾ, ਮੈਂ ਸਾਰੇ ਥਾਵਾਂ ਉੱਤੇ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ ਉੱਤੇ ਇੱਕ ਰਿਪੋਰਟ ਵੀ ਦਰਜ ਕੀਤੀ ਪਿਛਲੇ ਦਿਨਾਂ 'ਚ ਕਿ ਸਾਨੂੰ ਕੁਝ ਨਹੀਂ ਲੱਭਿਆ ਕਿ ਕਿਤੇ ਵੀ ਇਨਵੈਸਟਮੈਂਟ ਆਇਆ ਹੋਵੇ। ਕੋਈ ਇਨਵੈਸਟਮੈਂਟ ਨਹੀਂ ਆਇਆ। ਜਦੋਂ ਇਨਵੈਸਟਮੈਂਟ ਨਹੀਂ ਆਇਆ, ਕੋਈ ਵੀ ਇੰਫਰਾਸਟਰਕਚਰ ਡਿਵੈਲਪ ਨਹੀਂ ਹੋਇਆ। ਸਗੋਂ ਬਿਹਾਰ ਦੀ ਐਗਰੀਕਲਚਰ ਦਾ ਜਿਹੜਾ ਗਰੋਥ ਰੇਟ ਸੀਗਾ ਉਹ 2001 ਤੋਂ ਲੈ ਕੇ 7 ਤੱਕ ਮਤਲਬ ਜਿਹੜਾ ਹੈ ਜਿਹੜਾ APMC ਐਕਟ ਤੋਂ 1.98% ਸੀ, 2% ਦੇ ਨੇੜੇ 1.98% ਸੀ,
ਜਿਹੜਾ ਹੁਣ 13 ਤੋਂ 17 ਦਾ ਡਾਟਾ ਮੈਂ ਦੇਖਿਆ 1.28% ਰਹਿ ਗਿਆ, 1.98 ਤੋਂ 1.28% ਰਹਿ ਗਿਆ। ਇਹਦਾ ਮਤਲਬ ਗਰੋਥ ਰੇਟ ਘਟ ਗਿਆ। ਇਸੇ ਤਰ੍ਹਾਂ ਜਿਹੜੀ ਐਮਐਸਪੀ ਤੇ ਫਾਰਮ ਹਾਰਵੈਸਟ ਪ੍ਰਾਈਸ ਐਮਐਸਪੀ ਕਈ ਵਾਰੀ ਦੇ ਕਿ ਫਾਰਮਰਾਂ ਨੂੰ ਕੀ ਮਿਲਦਾ, ਉਹ ਵੀ ਜਿਹੜਾ ਹੈਗਾ ਪਹਿਲਾਂ ਨਾਲੋਂ ਘੱਟ ਮਿਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਲੈਂਡ ਦੀ ਕੰਸੈਂਟਰੇਸ਼ਨ ਸ਼ੁਰੂ ਹੋ ਗਈ ਕਿ ਛੋਟੇ ਕਿਸਾਨ ਨੇ ਜਿਹੜੇ ਉਹਨਾਂ ਦਾ ਉਹਦੀ ਪ੍ਰਪੋਰਸ਼ਨ ਹੈ ਜਿਹੜੀ ਉਹ ਪਹਿਲਾਂ ਨਾਲੋਂ ਘਟ ਗਈ, ਛੋਟੇ ਕਿਸਾਨਾਂ ਦਾ ਨੰਬਰ ਘਟ ਗਿਆ। ਇਹਦੇ ਉਲਟ ਵੱਡੇ ਕਿਸਾਨਾਂ ਦਾ ਨੰਬਰ ਵੱਧ ਗਿਆ। ਇਹਦਾ ਕੀ ਮਤਲਬ ਹੈ ਕਿ ਛੋਟੀ ਕਿਸਾਨੀ ਜਿਹੜੀ ਉਹ ਆਪਣੀ ਖੇਤੀ ਚੋਂ ਬਾਹਰ ਹੋ ਗਈ ਜਾਂ ਉਹ ਆਪਣੀ ਜ਼ਮੀਨ ਵੇਚ ਗਈ, ਤੇ ਵੱਡੀ ਕਿਸਾਨੀ ਕੋਲ ਹੋਰ ਇਹ ਮਤਲਬ ਕੰਸੈਂਟਰੇਸ਼ਨ ਜਦੋਂ ਲੈਂਡ ਸ਼ੁਰੂ ਹੋ ਜਾਏ, ਇਹਦਾ ਮਤਲਬ ਕੀ ਹੈ ਕਿ ਛੋਟੀ ਕਿਸਾਨੀ ਵਾਇਬਲ ਨਹੀਂ ਰਹੀ। ਤਾਂ ਇਸੇ ਤਰ੍ਹਾਂ ਹੀ ਇਹ ਕਿਉਂ ਹੋਇਆ, ਕਿਉਂਕਿ 2015 ਦਾ ਇੱਕ ਡਾਟਾ ਸਾਨੂੰ ਲੱਭਦਾ ਕਿ ਜਿਹੜਾ ਇੰਡੀਆ ਦੇ ਵਿੱਚ 20,000 ਦੇ ਲਗਭਗ ਪ੍ਰੋਕਿਉਰਮੈਂਟ ਸੈਂਟਰ ਸੀਗੇ, ਜਿਨ੍ਹਾਂ ਤੋਂ 2020 ਦੇ ਵਿੱਚ 14,800 ਰਹਿ ਗਏ ਸੀਗੇ। ਪੰਜਾਬ ਹਰਿਆਣੇ 'ਚ ਇਹ ਪ੍ਰੋਕਿਉਰਮੈਂਟ ਸੈਂਟਰਾਂ ਦਾ ਨੰਬਰ ਵਧਿਆ ਇਸ ਸਮੇਂ ਦੇ ਵਿੱਚ 15 ਤੋਂ 20 ਦੇ ਵਿੱਚ, ਪਰ ਬਿਹਾਰ ਦੇ ਵਿੱਚ ਇਹ ਪ੍ਰੋਕਿਉਰਮੈਂਟ ਸੈਂਟਰ ਜਿਹੜੇ ਸਾਰੇ ਬੰਦ ਹੋ ਗਏ, ਜਿਨ੍ਹਾਂ ਦਾ ਨੰਬਰ 9,035 ਸੀਗਾ 15 ਦੇ ਵਿੱਚ, ਤੇ ਹੁਣ 2020 ਦੇ ਵਿੱਚ ਇਹਦਾ ਨੰਬਰ 1,600 ਰਹਿ ਗਿਆ। 9,035 ਤੋਂ ਘਟ ਕੇ 1,619 ਰਹਿ ਗਿਆ। 82% ਪ੍ਰੋਕਿਉਰਮੈਂਟ ਸੈਂਟਰ ਮੀਨਜ਼ ਮੰਡੀਆਂ ਨੇ ਜਿਹੜੀਆਂ ਉਹ ਘਟ ਗਈਆਂ ਸਿਰਫ 4-5 ਸਾਲਾਂ ਦੇ ਵਿੱਚ, 15 ਤੋਂ 20 ਦੇ ਵਿੱਚ। ਤਾਂ ਜਦੋਂ ਪ੍ਰੋਕਿਉਰਮੈਂਟ ਸੈਂਟਰ ਹੀ ਘਟ ਗਏ, ਐਮਐਸਪੀ ਕਿੱਥੇ ਹੋਊਗੀ, ਇੰਫਰਾਸਟ੍ਰਕਚਰ ਕਿੱਥੇ ਹੋਣਾ, ਇਹ ਸਾਰੇ ਕੁਝ ਤੋਂ ਪਤਾ ਲੱਗਦਾ ਹੈ। ਤੇ ਬਿਹਾਰ ਦੇ ਵਿੱਚ ਜਿਹੜੀ ਇਨਕਮ ਹੈ ਫਾਰਮਰ ਦੀ, ਜਿਹੜਾ ਮੇਨ ਪੁਆਇੰਟ ਹੁੰਦਾ ਉਹ 1,800 ਸੀ ਉਸ ਵੇਲੇ, ਜਿਹਦੇ ਵਿੱਚ ਵਾਧਾ 3,500 ਹੋਇਆ, ਕਿਉਂਕਿ ਜੇ ਅਸੀਂ ਕੀਮਤਾਂ ਦਾ ਵਾਧਾ ਲਾਈਏ ਤਾਂ ਇਹਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਪਰ ਜੇਕਰ ਉਸੇ ਸਮੇਂ ਜਿਹੜਾ ਭਾਰਤ ਪੱਧਰ ਤੇ ਇਹਦੀ 1,800 ਸੀ ਤੇ ਭਾਰਤ ਪੱਧਰ ਤੇ ਇਹ 2,100 ਰੁਪਈਆ ਸੀਗਾ ਉਦੋਂ, ਤਾਂ ਇਹਦੀ 3,500 ਹੋਈ ਬਿਹਾਰ ਦੀ, ਤਾਂ ਭਾਰਤ ਪੱਧਰ ਤੇ 6,200 ਹੋਈ। ਮੀਨਜ਼ ਇੱਥੇ ਜੇ ਦੁੱਗਣੀ ਹੋਈ 1,800 ਤੋਂ 3,500 ਤੋਂ 2,100 ਤੋਂ 6,200 ਹੋਇਆ, 3 ਗੁਣਾ ਹੋਈ। ਭਾਰਤ ਪੱਧਰ ਦੇ ਵਿੱਚ ਬਿਹਾਰ ਵੀ ਸ਼ਾਮਲ ਹੈ, ਜਿਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ਦੇ ਵਿੱਚ 4900 ਸੀ ਉਸ ਵੇਲੇ ਇਹ ਇਨਕਮ, ਤੇ ਜਿਹਦੀ 18,000 ਹੋਈ। ਤੇ ਅਸੀਂ ਇਹਨੂੰ ਇਹ 3 ਗੁਣਾ ਤੋਂ ਜਿਹੜੀ 4 ਗੁਣਾ ਦੇ ਕਰੀਬ ਹੈ ਜਿਹੜੀ ਪੰਜਾਬ ਦੇ ਵਿੱਚ ਇਨਕਮ ਵਧੀ ਹੈ। ਇੰਡੀਆ ਪੱਧਰ ਤੇ ਇਹ 3 ਗੁਣਾ ਵਧੀ ਹੈ, ਬਿਹਾਰ ਦੇ ਵਿੱਚ ਇਹ ਜਿਹੜੀ ਦੁੱਗਣੇ ਤੋਂ ਵੀ ਘੱਟ ਵਧੀ ਹੈ। ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਵੀ ਜਿਹੜਾ ਵਾਧਾ ਹੈ ਕੀਮਤਾਂ ਦਾ ਵਾਧਾ ਹੈ, ਦੂਜਾ ਵਾਧਾ ਨਹੀਂ ਹੈਗਾ। ਤਾਂ ਇਹ 2003 ਤੋਂ ਲੈ ਕੇ 13 ਦੀ ਜਿਹੜੀ ਇਨਕਮ ਸਾਨੂੰ ਮਿਲਦੀ ਹੈ, ਮੈਂ ਉਹ ਦੇਖੀ ਹੈ। ਤਾਂ ਇਸ ਤੋਂ ਪਤਾ ਲੱਗਦਾ ਕਿ ਜਿਹੜੇ ਰਿਫਾਰਮ ਹੋ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਕੋਈ ਬਹੁਤਾ ਸਾਨੂੰ ਫਾਇਦਾ ਹੋਣ ਨਹੀਂ ਜਾ ਰਿਹਾ। ਉਹਨਾਂ ਮੰਡੀਆਂ ਦੇ ਨਾਲ ਇਹਨਾਂ ਦਾ ਕਾਰਪੋਰੇਟਾਂ ਦਾ ਜਿਹੜਾ ਘਰ ਭਰੂਗਾ, ਇਹਦੇ ਨਾਲ ਜਿਹੜੀਆਂ ਨਵੀਆਂ ਮੰਡੀਆਂ ਬਣਨਗੀਆਂ ਉਹਨਾਂ ਦੇ ਵਿੱਚ ਕਿਸਾਨਾਂ ਤੋਂ ਅੱਜ ਕੋਈ ਟੈਕਸ ਨਹੀਂ ਲਿਆ ਜਾਂਦਾ। ਮੰਡੀ ਦੇ ਵਿੱਚ ਕਿਸਾਨ ਸਿਰਫ ਜਦੋਂ ਆਪਣੀ ਅਨਲੋਡਿੰਗ ਕਰਦਾ ਉਸ ਤੋਂ ਬਾਅਦ ਸਿਰਫ ਇੱਕ ਛੋਟਾ ਜਿਹਾ ਮਾਈਨਰ ਜਿਹਾ ਖਰਚਾ ਸਫਾਈ ਦਾ ਉਹ ਲਿਆ ਜਾਂਦਾ, ਬਸ ਕੁਝ ਨਹੀਂ ਲਿਆ ਜਾਂਦਾ। ਜਦੋਂ ਨਵੀਆਂ ਮੰਡੀਆਂ ਆ ਗਈਆਂ, ਪਹਿਲੀ ਗੱਲ ਤਾਂ ਨਵੀਆਂ ਮੰਡੀਆਂ ਸਾਰੇ ਥਾਵਾਂ ਤੇ ਬਣਨੀਆਂ ਨਹੀਂ, ਛੋਟੇ ਬੰਦੇ ਜਾ ਹੀ ਨਹੀਂ ਸਕਦੇ, ਉਹਨਾਂ ਨੇ ਇੰਨੀਆਂ ਮੰਡੀਆਂ ਨਹੀਂ ਬਣਾਉਣੀਆਂ। ਸੈਲੋ ਬਣਾਉਣਗੇ ਤੇ ਤੁਹਾਨੂੰ ਦੂਰ ਦੂਰ ਤੱਕ ਲੈ ਕੇ ਜਾਣੀਆਂ ਪੈਣਗੀਆਂ, ਤੇ ਸਾਰੇ ਖਰਚੇ ਪਾਉਣਗੇ। ਉਹਨਾਂ ਦਾ ਵੇਇੰਗ ਦਾ ਖਰਚਾ ਵੀ ਪਊਗਾ, ਉਹਨਾਂ ਦੀ ਸਿਲਾਈ ਦਾ ਖਰਚਾ ਵੀ ਪਊਗਾ, ਉਹ ਟਰੈਕਟਰ ਨੂੰ ਉੱਥੇ ਖੜਾ ਕਰਨ ਦਾ ਖਰਚਾ ਵੀ ਪਊਗਾ। ਤੁਸੀਂ ਅੱਜ ਦੇਖੋ ਰੇਲਵੇ ਨੂੰ ਉਹਨਾਂ ਨੇ ਪ੍ਰਾਈਵੇਟ ਕੀਤਾ, ਜਿਹੜੇ 5 ਰੇਲਵੇ ਸਟੇਸ਼ਨ ਪ੍ਰਾਈਵੇਟ ਕੀਤੇ ਨੇ, ਉਹਨਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਆਪਣੇ ਗੈਸਟ ਨੂੰ ਛੱਡਣ ਵੀ ਜਾਣਾ ਰੇਲਵੇ ਸਟੇਸ਼ਨ ਤੇ, ਤਾਂ ਤੁਹਾਨੂੰ 50 ਰੁਪਏ ਦਾ ਰੇਲਵੇ ਦੀ ਟਿਕਟ ਲੈਣੀ ਪੈਂਦੀ ਆ। ਹੁਣ ਹਾਲੇ ਸ਼ੁਰੂ ਦੇ ਵਿੱਚ ਪਹਿਲਾਂ ਹੀ ਕਰਤੀ, ਜਿਹੜੀ ਅਸੀਂ ਪਹਿਲਾਂ ਫ੍ਰੀ ਚਲੇ ਜਾਂਦੇ ਸੀ ਜਾਂ 1-2 ਰੁਪਏ ਦੀ ਟਿਕਟ ਸੀ। ਤਾਂ ਇਹ ਸਾਰੇ ਖਰਚੇ ਨੇ ਜਿਹੜੇ ਕਿਸਾਨਾਂ ਨੂੰ ਪੈਣਗੇ। ਤੇ ਐਮਐਸਪੀ ਨਹੀਂ ਰਹਿਣੀ, ਕਿਉਂਕਿ ਐਮਐਸਪੀ ਕਿਸੇ ਵੀ ਕਾਨੂੰਨ ਦਾ ਦਾਇਰਾ ਨਹੀਂ। ਐਮਐਸਪੀ CACP ਹੈ ਜਿਹੜੀ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ, ਉਹ ਐਡਵਾਈਜ਼ਰੀ ਬੋਡੀ ਹੈ, ਇਹ ਮੈਂਡੇਟਰੀ ਨਹੀਂ ਹੈਗੀ ਐਮਐਸਪੀ। ਤੇ ਜੇਕਰ ਇਹ ਮੈਂਡੇਟਰੀ ਹੁੰਦੀ ਤਾਂ ਕਿਤੇ ਨਾ ਕਿਸੇ ਐਕਟ 'ਚ ਹੁੰਦੀ, ਜੇ ਐਕਟ 'ਚ ਹੁੰਦੀ ਤਾਂ ਇਹਨਾਂ ਆਰਡੀਨੈਂਸਾਂ 'ਚ ਵੀ ਆਉਂਦੀ। ਤੇ ਹੁਣ ਸਗੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਦੇ ਉੱਤੇ ਵੀ ਇੱਕ ਆਰਡੀਨੈਂਸ ਸ਼ੁਰੂ ਕਰ ਦਿਓ, ਇਹ ਐਕਟ ਦਾ ਪਾਰਟ ਬਣਨਾ ਚਾਹੀਦਾ। ਤੇ ਇਹ ਐਮਐਸਪੀ ਵੀ ਨਹੀਂ ਰਹਿਣੀ। ਤੇ ਇਸੇ ਕਰਕੇ ਸਾਡੀਆਂ ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਹਦਾ ਸਪੋਰਟ ਕਰਦੀਆਂ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਚਿੱਠੀਆਂ ਦਿਖਾਉਣੀਆਂ ਪੈ ਰਹੀਆਂ ਨੇ ਕਿ ਇਹ ਰਹੂਗੀ। ਇਹਦਾ ਮਤਲਬ ਕੀ ਹੈ ਕਿ ਇਹਦੇ ਕਿਉਂਕਿ ਆਪ ਹੀ ਕੇਂਦਰ ਦੇ ਨਿਤਿਨ ਗਡਕਰੀ ਜਾਂ ਉਹਨਾਂ ਮੰਤਰੀਆਂ ਵੱਲੋਂ ਆਪ ਹੈਗਾ ਕਿ ਅਸੀਂ ਨਹੀਂ ਖਰੀਦ ਸਕਦੇ। ਤੇ ਇਸ ਕਰਕੇ ਐਮਐਸਪੀ ਵੀ ਸਾਡੇ ਕੋਲੋਂ ਲਗਭਗ ਚਲੀ ਗਈ, ਇਹ ਸਮਝ ਲਓ। ਇੱਕ ਮੰਡੀ ਤੇ ਇੱਕ ਦੇਸ਼ ਜਿੱਦੀ ਗੱਲ ਹੈ ਕਿ ਕਿਤੇ ਮਰਜ਼ੀ ਜਾ ਕੇ ਵੇਚਿਓ, ਕਿਸੇ ਨੂੰ ਮਰਜ਼ੀ ਵੇਚ ਦਿਓ। ਤੇ ਕਈ ਥਾਵਾਂ ਤੇ ਪ੍ਰਾਈਸ ਬਹੁਤ ਹਾਇਰ ਹੁੰਦੇ ਨੇ, ਕਈ ਥਾਵਾਂ ਤੇ ਪ੍ਰਾਈਸ ਜਿਹੜੇ ਬਹੁਤ ਲੋਅਰ ਹੁੰਦੇ ਨੇ। ਤੁਸੀਂ ਚੱਕ ਕੇ ਆਪਣੀ ਫਸਲ ਕਿਤੇ ਮਰਜ਼ੀ ਤੁਹਾਨੂੰ ਰੋਕੂਗਾ ਨਹੀਂ। ਇਸ ਲਿਬਰਲਿਜ਼ਮ ਨਾਲ ਤੁਸੀਂ ਵੱਧ ਪੈਸੇ ਖੱਟੋਗੇ। ਪਰ ਇਹ ਸਾਡੇ ਸਾਇੰਟੀਫਿਕ ਪੇਪਰ ਇਹ ਕਹਿੰਦੇ ਨੇ ਕਿ ਪੂਰੀ ਮਾਰਕੀਟ ਇੰਡੀਆ ਦੀ ਅੱਜ ਇੰਟੈਗਰੇਟਡ ਹੈ, ਜੁੜੀ ਹੋਈ ਹੈ। ਜੇਕਰ ਕਿਤੇ ਫਸਲਾਂ ਦੇ ਭਾਅ ਬਹੁਤ ਜ਼ਿਆਦਾ ਲੱਗਦੇ ਨੇ
ਉਹ ਪੈਰੀਸ਼ੇਬਲ ਦੇ ਵਿੱਚ ਤਾਂ ਹੁੰਦੇ ਨੇ, ਪਰ ਤੁਸੀਂ ਦੇਖੋ ਵੀ ਇੱਥੋਂ ਬੰਦਾ ਕਿਵੇਂ ਟਰਾਲੀ ਭਰ ਕੇ ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਜਾਂ ਹਿਮਾਚਲ ਦੇ ਵਿੱਚ ਜਾ ਕੇ ਹੈਦਰਾਬਾਦ ਜਾ ਕੇ ਵੇਚ ਦਊਗਾ। ਤਾਂ ਅੱਜ ਇਹ ਕੰਮ ਪਹਿਲੇ ਕੀਤੇ ਜਾ ਰਹੇ ਨੇ। ਕਿਸਾਨ ਨੇ ਇਹ ਕੰਮ ਕਰਨ ਦੇ ਯੋਗ ਹੀ ਨਹੀਂ ਹੈਗਾ, ਉਹ ਕਾਰਪੋਰੇਟ ਕਰਨਗੇ। ਤੇ ਇਹ ਸਾਡੇ ਜਿੰਨੇ ਅਸੀਂ ਦੇਖਦੇ ਹਾਂ, ਸਾਡੇ ਕੋਲ ਇੱਕ ਡਾਟਾ ਪਾ ਕੇ ਸੇਮ ਦਿਨ ਦਾ ਦੇਖਦੇ ਹੁੰਦੇ ਹਾਂ ਕਿ ਮਲੇਰਕੋਟਲੇ ਦੀ ਮਾਰਕੀਟ ਦੇ ਵਿੱਚ ਸਬਜ਼ੀ ਕਿੰਨੇ ਦੀ ਹੈ, ਉਹ ਸਬਜ਼ੀ ਜਿਹੜੀ ਦਿੱਲੀ ਦੇ ਵਿੱਚ ਕਿੰਨੀ ਹੈ, ਉਹ ਬਿਹਾਰ ਦੇ ਵਿੱਚ ਕਿੰਨੇ ਦੀ ਪੈਂਦੀ ਹੈ। ਤਾਂ ਜਦੋਂ ਅਸੀਂ ਹਰ ਰੋਜ਼ ਦਾ ਡਾਟਾ ਪਾ ਕੇ ਦੇਖਦੇ ਹਾਂ, ਪੂਰੇ ਤਰ੍ਹਾਂ ਇੰਟੈਗਰੇਟਡ ਨੇ। ਤੇ ਜੇਕਰ ਇਹ ਖਰਚੇ ਵੀ ਰਸਤੇ ਤੇ ਪਾ ਦਈਏ ਤਾਂ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਲਿਜਾਣ ਦਾ। ਤਾਂ ਇਹ ਵੀ ਲੌਜਿਕ ਹੈ ਜਿਹੜਾ ਕੋਈ ਅਨਸਾਇੰਟਿਫਿਕ ਹੈ ਕਿ ਕਿਤੇ ਮਰਜ਼ੀ ਲੈ ਜਾਓ। ਪਹਿਲੀ ਗੱਲ ਤਾਂ ਲੈ ਕੇ ਨਹੀਂ ਜਾ ਸਕਦੇ, ਜੇ ਲੈ ਕੇ ਵੀ ਜਾਣਗੇ ਤਾਂ ਵੀ ਇਹਦਾ ਫਾਇਦਾ ਕੋਈ ਨਹੀਂ ਹੋਣਾ। ਇਹ ਕਾਰਪੋਰੇਟ ਨੇ ਜਿਹੜੇ ਉਹ ਕੰਟਰੈਕਟ ਫਾਰਮਿੰਗ ਦੇ ਥਰੂ ਜਾਂ ਉਹ ਬਾਕੀ ਚੀਜ਼ਾਂ ਦੇ ਥਰੂ ਜਿਹੜਾ ਹੈਗਾ ਵਾਧਾ ਵਪਾਰ ਦੇ ਥਰੂ ਇਸ ਮੰਡੀ ਦੇ ਵਿੱਚ ਪ੍ਰੋਸੈਸਿੰਗ ਲਿਆ ਕੇ, ਐਕਸਪੋਰਟ ਲਿਆ ਕੇ, ਫਿਊਚਰ ਟ੍ਰੇਡਿੰਗ ਕਰਕੇ ਉਹ ਫਾਇਦੇ ਕੱਟਣਗੇ ਤੇ ਬਾਕੀ ਕਿਸਾਨਾਂ ਨੂੰ ਇਹਦਾ ਫਾਇਦਾ ਨਹੀਂ ਹੋਣਾ। ਤਾਂ ਇਹ ਕੀਮਤ ਜਿਹੜੇ ਜਿਵੇਂ ਇੱਕ ਹੈਗਾ ਕਿ ਕੀਮਤ ਗਰੰਟੀ ਦਾ ਜਿਹੜਾ ਆਰਡੀਨੈਂਸ ਹੈ, ਜਿਹਦੇ ਵਿੱਚ ਕੰਟਰੈਕਟ ਫਾਰਮਿੰਗ ਦੀ ਮੈਂ ਗੱਲ ਛੱਡਤੀ ਸੀ, ਉਹਦੇ ਵਿੱਚ ਇਹ ਹੈ ਕਿ ਪੰਜਾਬ ਦੇ ਵਿੱਚ ਕੰਟਰੈਕਟ ਫਾਰਮਿੰਗ ਸ਼ੁਰੂ ਕੀਤੀ ਸੀ। ਛੋਟੇ ਫਾਰਮਰਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਸੀ, ਵੱਡੇ ਫਾਰਮਰਾਂ ਨੇ ਕੀਤਾ ਸੀ ਥੋੜਾ ਬਹੁਤਾ, ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਇਸ ਤਰ੍ਹਾਂ ਗੁਜਰਾਤ ਦੇ ਵਿੱਚ ਇਹ ਲਾਗੂ ਕੀਤਾ ਗਿਆ, ਉੱਥੇ ਹੀ ਫੇਲ ਹੋਇਆ। ਪੋਲਟਰੀ ਸੈਕਟਰ ਦਾ ਵੱਡਾ ਹਿੱਸਾ ਜਿਹੜਾ ਕੰਟਰੈਕਟ ਫਾਰਮ ਦੇ ਥੱਲੇ ਹੈ, ਪਰ ਇਹ ਸਾਡੇ ਕੋਲ ਪੇਪਰ ਨੇ ਕਿ ਪੋਲਟਰੀ ਸੈਕਟਰ ਦੇ ਵਿੱਚ ਜਿਹੜੇ ਬੰਦੇ ਕੰਟਰੈਕਟ ਕਰਦੇ ਨੇ, ਇੱਕ ਨਹੀਂ ਕਰਦੇ, ਤਾਂ ਉਹਨਾਂ ਨਾਲੋਂ ਉਹ ਵਧੀਆ ਰਹਿੰਦੇ ਨੇ ਜਿਹੜੇ ਕੰਟਰੈਕਟ ਨਹੀਂ ਕਰਦੇ। ਇਸ ਦਾ ਮਤਲਬ ਕੀ ਹੈ ਕਿ ਜਿੱਥੇ ਜਿਹੜਾ ਕੰਟਰੈਕਟ ਫਾਰਮਿੰਗ ਲਾਗੂ ਹੋਈ ਹੈ, ਕਿਉਂਕਿ ਉਹ ਲੋਕ ਕੰਟਰੈਕਟ ਥੱਲੇ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ, ਸਗੋਂ ਅਨਕੰਟਰੈਕਟਡ ਜਿਹੜੇ ਫਾਰਮਰ ਨੇ ਜਾਂ ਪ੍ਰੋਡਿਊਸਰ ਨੇ ਉਹ ਇਹਦੇ ਨਾਲ ਵੱਧ ਫਾਇਦੇ 'ਚ ਰਹਿੰਦੇ ਨੇ। ਕੰਟਰੈਕਟ ਫਾਰਮਿੰਗ ਬੇਸਿਕਲੀ ਕੀ ਹੈ, ਕਾਰਪੋਰੇਟ ਫਾਰਮਿੰਗ ਦੀ ਇੱਕ ਪਹਿਲੀ ਪੌੜੀ ਹੈ। ਇਸ ਪੌੜੀ ਦਾ ਇੱਕ ਪਹਿਲਾ ਜਿਹੜਾ ਸਟੈਪ ਹੈ ਉਹ ਕੰਟਰੈਕਟ ਫਾਰਮਿੰਗ ਹੁੰਦਾ। ਕੰਟਰੈਕਟ ਫਾਰਮਿੰਗ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਮੈਂ ਪਹਿਲੀ ਕਿਹਾ ਕਿ ਉਹ ਕ੍ਰੌਪ ਇੰਸ਼ੋਰੈਂਸ ਤੇ ਬਾਕੀ ਚੀਜ਼ਾਂ ਨੇ। ਤੇ ਸਾਨੂੰ ਇਸ ਕੰਟਰੈਕਟ ਤੋਂ ਇਸ ਤਰ੍ਹਾਂ ਬਚਣਾ ਚਾਹੀਦਾ, ਕਿਉਂਕਿ ਇਹ ਕਾਰਪੋਰੇਟ ਨੂੰ ਰਾਹ ਪੂਰਾ ਜਿਹੜਾ ਜਾਂਦਾ ਹੈ। ਤੇ ਇਸ ਕਾਰਪੋਰੇਟ ਜਿਹੜੀ ਫਾਰਮਿੰਗ ਹੈ, ਜਿਹੜਾ ਪੂਰਾ ਹੁਣ ਅਸੀਂ ਗੱਲ ਕਰ ਚੁੱਕੇ ਹਾਂ, ਪਹਿਲਾਂ ਵੀ ਗੱਲ ਹੋਈ ਹੈ ਕਿ ਇਹ ਖੇਤੀ ਨੂੰ ਕਾਰਪੋਰੇਟ ਦੇ ਥੱਲੇ ਲਿਆਉਣ ਦੀ ਇੱਕ ਜ਼ਰੀਆ, ਕਿਸਾਨਾਂ ਨੂੰ ਜਿਹੜਾ ਹੈਗਾ ਇਸ ਮੰਡੀ ਦੇ ਵਿੱਚੋਂ ਇਸ ਤਰ੍ਹਾਂ ਕੱਢ ਕੇ ਕਿਸਾਨਾਂ ਨੂੰ ਇੱਕ ਮਜ਼ਦੂਰੀ ਵੱਲ ਲੈ ਕੇ ਆਉਣ ਦਾ ਢੰਗ ਹੈ। ਤਾਂ ਸਾਨੂੰ ਇਸ ਤੋਂ ਬਚਣ ਦੇ ਲਈ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਨਾ ਚਾਹੀਦਾ। ਸਾਨੂੰ ਇਸ ਤੋਂ ਬਚਣ ਦੇ ਲਈ ਸਾਡੀਆਂ ਸਰਕਾਰਾਂ ਨੂੰ ਇਹ ਚਾਹੀਦਾ ਕਿ ਅਸੀਂ ਇੱਕ ਆਪਣਾ ਦੇਸੀ ਮਾਡਲ ਬਣਾਈਏ। ਲੋਕਾਂ ਨੂੰ ਖੇਤੀ ਤੋਂ ਬਿਨਾਂ ਹੋਰ ਕਿਤੇ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਅੱਜ ਇਹ ਪੂਰਾ ਸਾਡੇ ਕੋਲ ਡਾਟਾ ਹੈ ਕਿ ਕਿਤੇ ਵੀ ਸਾਰੇ ਸੈਕਟਰ ਹਾਈਟੈਕ ਨੇ। ਲੋਕਾਂ ਨੂੰ ਰੁਜ਼ਗਾਰ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਰੁਜ਼ਗਾਰ ਦੇ ਵਿੱਚ ਰੱਖਣ ਦੇ ਲਈ ਸਾਨੂੰ ਆਪਣਾ ਜਿਹੜਾ ਇਹ ਇੰਡੀਜਨਸ ਆਪਣਾ ਖੇਤਰੀ ਮਾਡਲ, ਕਿਤੋਂ ਵਿਕਸਿਤ ਦੇਸ਼ਾਂ ਤੋਂ ਨਹੀਂ, ਹਰ ਇੱਕ ਦੇਸ਼ ਦਾ ਇੱਕ ਆਪਣਾ ਮਾਡਲ ਹੈ। ਹਰ ਇੱਕ ਦੇਸ਼ ਦੇ ਆਪਣੇ ਸੰਸਕਾਰ ਨੇ, ਹਰ ਇੱਕ ਦੇਸ਼ ਦੀਆਂ ਆਪਣੀਆਂ ਸਮੱਸਿਆਵਾਂ ਨੇ, ਆਪਣੀ ਸਕਿੱਲ ਹੈ, ਆਪਣੇ ਲੋਕਾਂ ਦੀ ਕੈਪੇਬਿਲਿਟੀ ਹੈ, ਆਪਣੇ ਸਾਧਨ ਨੇ। ਤਾਂ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਯਾਰ ਫਿਰ ਕੀ ਹੋ ਜਾਊਗਾ, ਫਰਜ਼ ਕਰੋ ਕਿਸਾਨ ਹੈ ਜਿਹੜਾ ਜੱਟ ਪੰਜਾਬ ਦਾ, ਉਹ ਆਪਣੇ ਖੇਤ ਦੇ ਵਿੱਚ ਵੀ ਤਾਂ ਕੰਮ ਕਰਦਾ। ਜੇ ਉਹ ਕਿਸੇ ਦੇ ਖੇਤ ਦੇ ਵਿੱਚ ਦਿਹਾੜੀ ਕਰ ਲਊਗਾ, ਜੇ ਉਹਨੂੰ 10 ਰੁਪਏ ਵੱਧ ਵੀ ਮਿਲ ਜਾਣਗੇ ਤਾਂ ਇਹਦੇ ਨਾਲ ਕੀ ਫਰਕ ਪੈਂਦਾ। ਪਰ ਸਾਡਾ ਕਲਚਰਲ ਫੈਕਟਰ ਜਿਹੜੇ ਇਹਦੇ ਮੁਤਾਬਕ ਸਾਨੂੰ ਪਤਾ ਹੈ ਕਿ ਇਹਦੇ ਨਾਲ ਬਹੁਤ ਵੱਡਾ ਫਰਕ ਪੈਂਦਾ ਹੈ ਕਿ ਕਿਸੇ ਅਸੀਂ ਆਪਣੀ ਜ਼ਮੀਨ ਉੱਤੇ ਖੇਤੀ ਕਰਦੇ ਹਾਂ, ਕਿਤੇ ਅਸੀਂ ਕਿਤੇ ਜਾ ਕੇ ਦਿਹਾੜੀ ਕਰਦੇ ਹਾਂ। ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸਾਡੇ ਲਈ। ਪਰ ਇਕਨੋਮਿਕਸ ਦੇ ਵਿੱਚ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਇਹ ਇੱਕੋ ਹੀ ਗੱਲ ਹੈ, ਇੱਕੋ ਹੀ ਕੰਮ ਹੈ। ਜਦੋਂ ਤਾਂ ਸਾਨੂੰ ਇਹਨਾਂ ਗੱਲਾਂ ਤੋਂ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਆਪਣਾ ਇੱਕ ਦੇਸੀ ਮਾਡਲ, ਜਿਹੜਾ ਇੰਡੀਜਨਸ ਮਾਡਲ, ਇਹਨਾਂ ਦੇਸ਼ਾਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਲੇਬਰ ਹੈ, ਸਾਰੀ ਜਿੰਨੀ ਅਵੇਲੇਬਿਲਿਟੀ ਹੈ, ਸਕਿੱਲ ਹੈ, ਉਹਨਾਂ ਮੁਤਾਬਕ ਤਿਆਰ ਕਰਨਾ ਚਾਹੀਦਾ। ਤੇ ਸਾਨੂੰ ਖੇਤੀ ਦੇ ਅਗਾਊਂ ਤੇ ਪਛਾਊਂ ਜਿਹੜੇ ਸੰਬੰਧ ਨੇ ਉਹ ਬਣਾਉਣੇ ਚਾਹੀਦੇ ਕਿ ਖੇਤੀ ਦੇ ਵਿੱਚ ਕਿਹੜੇ ਇਨਪੁੱਟ ਆਉਂਦੇ ਨੇ ਉਹ ਵੀ ਇੱਥੇ ਬਣਨ, ਖੇਤੀ ਦਾ ਆਊਟਪੁੱਟ ਕਿੱਥੇ ਜਾਂਦਾ ਉਹ ਵੀ ਜਿਹੜਾ ਉਹਦੀ ਪ੍ਰੋਸੈਸਿੰਗ ਹੋਵੇ, ਉਹਦੇ ਨਾਲ ਪ੍ਰੋਸੈਸਿੰਗ ਹੈ, ਉਹਦੇ ਨਾਲ ਐਕਸਪੋਰਟ ਹੈ। ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਇੱਥੇ ਇਸ ਇਕੋਨਮੀ ਦੇ ਵਿੱਚ ਬਣਨੇ ਚਾਹੀਦੇ ਨੇ। ਜਿੰਨਾ ਚਿਰ ਅਸੀਂ ਇਸ ਖੇਤੀ ਦੇ ਅਗਾਊਂ ਤੇ ਪਛਾਊਂ ਸੰਬੰਧ ਹੈ ਜਿਹੜੇ ਉਹ ਬਣਾ ਕੇ ਖੇਤੀ ਨੂੰ ਵਿਕਸਿਤ ਨਹੀਂ ਕਰਦੇ, ਉਹਨਾਂ ਚਿਰ ਅਸੀਂ ਇਸ ਖੇਤੀ ਨੂੰ ਘਾਟੇ ਵਾਲੀ ਜਿਹੜੀ ਜਾਣ ਲਈ ਤੋਰਾਂਗੇ। ਤੇ ਦੋਸਤੋ, ਮੈਨੂੰ ਇਹ ਲੱਗਦਾ ਕਿ ਸੱਚਮੁੱਚ ਇਹ ਨਹੀਂ ਹੈਗਾ ਕਿ ਇਹਦਾ ਹੱਲ ਨਹੀਂ ਹੈਗਾ, ਇਹ ਨਹੀਂ ਹੈਗਾ ਕਿ ਸਰਕਾਰਾਂ ਨੂੰ ਪਤਾ ਨਹੀਂ ਹੈਗਾ, ਇਹ ਨਹੀਂ ਹੈਗਾ ਕਿ ਉਹ ਐਂ ਕਰ ਲੈਣ, ਪਰ ਉਹਨਾਂ ਨੂੰ ਇਹ ਹੈ ਕਿ ਉਹ ਇਹਦੇ ਪੱਖ ਦੇ ਵਿੱਚ ਭੁਗਤਦੀਆਂ ਨੇ। ਇਹ ਸਰਕਾਰਾਂ ਸਾਡੀਆਂ ਇਸ ਗੱਲ ਦੇ ਪੱਖ ਦੇ ਵਿੱਚ ਭੁਗਤਦੀਆਂ ਨੇ ਕਿ ਕਾਰਪੋਰੇਟਾਂ ਨੂੰ ਕਿਹੜੀ ਗੱਲ ਦਾ ਫਾਇਦਾ। ਤਾਂ ਉਹਦੇ ਵਾਸਤੇ ਇਹ ਬੜਾ
ਤਤਪਰ ਹੁੰਦੇ ਨੇ। ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਐਮਰਜੈਂਸੀ 'ਚ ਉਧਰ ਧਿਆਨ ਨਹੀਂ ਦਿੱਤਾ ਗਿਆ। ਜਿਹੜੇ ਵੀ ਸੈਕਟਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਗਲਬਾ ਵੱਧ ਸਕਦਾ ਸੀਗਾ ਤਾਂ ਉਹਨਾਂ ਸੈਕਟਰਾਂ ਨੂੰ ਲਿਆ ਕੇ ਬੜੀ ਕਾਹਲੀ ਦੇ ਵਿੱਚ ਕੀਤਾ ਗਿਆ। ਅੱਜ ਸਾਡੀ ਖੇਤੀ ਹੈ ਜਿਹੜੀ, ਇਹਨੂੰ ਬਚਾਉਣ ਦੀ ਲੋੜ ਹੈ, ਇਹਨੂੰ ਮੁਨਾਫੇ ਵਾਲੀ ਕਰਨ ਦੀ ਲੋੜ ਹੈ। ਇਹਦੇ ਵਿੱਚ ਸਾਨੂੰ ਜਿਹੜੀ ਪਾਪੂਲੇਸ਼ਨ ਨੂੰ ਰੱਖਣ ਦੀ ਲੋੜ ਹੈ, ਕਿਉਂਕਿ ਇਹੀ ਹੈ ਜਿਹੜਾ ਸੈਕਟਰ ਜਿਹੜਾ ਸਾਡਾ ਘੱਟੋ ਘੱਟ ਜਿਹੜਾ ਘੱਟ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਘੱਟ ਵਿਕਸਿਤ ਦੇਸ਼ਾਂ ਦਾ ਕਨਸੈਪਟ ਵੀ ਵੈਸੇ ਮਾੜੀ ਗੱਲ ਹੈ ਤੇ ਇਹਨੂੰ ਅਸੀਂ ਇਸ ਤਰ੍ਹਾਂ ਲੈਂਦੇ ਹਾਂ। ਉਹਨਾਂ ਦੇ ਵਿਕਾਸ ਕਰਨ ਦੇ ਲਈ, ਸੱਚਮੁੱਚ ਦਾ ਵਿਕਾਸ ਤੇ ਕਰਨ ਦੇ ਲਈ ਸਾਨੂੰ ਖੇਤੀ ਦੇ ਵਿੱਚ ਲੋਕਾਂ ਨੂੰ ਰੱਖਣਾ ਪਊਗਾ। ਖੇਤੀ ਜ਼ਿੰਦਗੀ ਹੈ ਤੇ ਖੇਤੀ ਤੋਂ ਬਚਿਆ ਨਹੀਂ ਜਾ ਸਕਦਾ। ਨਾ ਜਿਹੜਾ ਖਾਦ ਪਦਾਰਥਾਂ ਦਿੱਤੇ ਜਾ ਸਕਦੇ, ਨਾ ਰੁਜ਼ਗਾਰ ਦਿੱਤਾ ਜਾ ਸਕਦਾ। ਤਾਂ ਅੱਜ ਅਸੀਂ ਆਪਣਾ ਮਾਡਲ ਬਣਾ ਕੇ ਇਹਨਾਂ ਜਿਹੜੇ ਖੇਤੀ ਨੂੰ ਵਿਕਸਿਤ ਕਰਨ ਦੀ ਲੋੜ ਹੈ। ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ।